द टीवी NRI देख रहे हो। प्यार भरी सत श्री अकाल। बीते दिन ही पंजाब नूं, पंजाबीयत नूं, सिख कौम नूं ते सिख जगत नूं अजिहा घाटा पै गया है जिहड़ा आउण वाले दहाकिਆਂ ਦੇ ਵਿੱਚ आउण वाले सैकड़े सालां ਦੇ ਵਿੱਚ भी नहीं पूरा होवेगा। दीप सिद्धू इस फानी संसार नूं अलविदा आख ਜਾਂਦੇ ਨੇ। ਉਹਨਾਂ ਦੀਆਂ यादां, ਉਹਨਾਂ ਦੇ ਕਹੇ ਹੋਏ ਬੋਲ ਸਾਡੇ ਕੰਨਾਂ ਦੇ ਵਿੱਚ ਹਜੇ ਤੱਕ ਵੀ ਗੂੰਜ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੂੰਜਦੇ ਰਹਿਣਗੇ। बहुत सारिया चीज़ां निकल के सामने आईयां। वरतारियां दे विच अजिहियां चीज़ां वरत गईयां जो किसी ने सोचियां विचारियां नहीं सन। साडे नाल ऐसी शख्सियत साडे नाल विराजमान है, उन्हां दे नाल गलबात करांगे। परम निमाणा जी साडे नाल ने, लेखक ने, एक गायक ने, बतौर अपने तौर तरीकों नूं अजिहे तरीके दे नाल लोकां दे सामने पेश करदे ने कि लोग इन्हां दी सुहिरदगी नूं, इन्हां दी कलम नूं सलाम कर उठदे ने, आशीष कर उठदे ने। दीप सिद्धू ਦੇ ਨਾਲ ਇਹਨਾਂ ਦਾ ਕੀ ਨਾਤਾ ਸੀ ਕਿ ਇਸ ਤੌਰ ਤਰੀਕਿਆਂ ਦੇ ਨਾਲ ਇਹ ਦੀਪ ਸਿੱਧੂ ਦੀ ਇਸ ਅਚਨਚੇਤ ਮੌਤ ਨੂੰ ਵੇਖਦੇ ਨੇ, ਉਹ ਸਾਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮ ਜੀ। ਸਤਿ ਸ਼੍ਰੀ ਅਕਾਲ ਜੀ। ਪਰਮ ਜੀ, ਕਿਵੇਂ ਵੇਖਦੇ ਹੋ ਦੀਪ ਸਿੱਧੂ ਅਚਨਚੇਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ? ਉਹਨਾਂ ਦੀ ਬਹੁਤ ਜਿਹੜੀ ਹੈ ਦੇਣ ਹੈ ਪੰਜਾਬ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਲੀਹ 'ਤੇ ਲਿਆਉਣ ਦੀਆਂ ਗੱਲਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਸੀ। ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਿ ਇੱਕਦਮ ਦੇ ਨਾਲ ਉਹਨਾਂ ਦਾ ਦੁਨੀਆ ਤੋਂ ਰੁਖਸਤ ਹੋ ਜਾਣਾ? ਜੀ, ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਸਤਿਕਾਰ, ਪਿਆਰ, ਇੱਜ਼ਤ, ਅਦਬ, ਮੁਹੱਬਤ ਕਿ ਦਿਲ ਹੋ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕਿ ਜਿਹੜੇ ਦਿਲਾਂ 'ਚੋਂ ਹੋਰ ਹੁੰਦੇ ਨੇ, ਬਾਹਰੋਂ ਹੋਰ ਹੁੰਦੇ ਨੇ, ਉਹ ਰੱਬ ਦੇ ਸੱਚੇ ਆਸ਼ਕ ਨਹੀਂ ਹੁੰਦੇ। ਮੈਨੂੰ ਨਹੀਂ ਲੱਗਦਾ ਦੀਪ ਬਾਈ ਉਹ ਸ਼ਖਸੀਅਤ ਸੀਗਾ ਕਿ ਜਿਹੜਾ ਅੰਦਰੋਂ ਵੀ ਉਹੀ ਸੀ ਅਤੇ ਬਾਹਰੋਂ ਵੀ ਉਹੀ ਸੀਗਾ। ਸੋ ਅਸਲ ਤਾਂ ਕਹਿੰਦੇ ਆ ਕਿ ਜਦੋਂ ਕੋਈ ਵੀ ਸ਼ਖਸੀਅਤ ਜਿਹੜੀ ਦੁਨੀਆ ਤੋਂ ਚਲੀ ਜਾਂਦੀ ਆ, ਉਹਦੇ ਜਾਣ ਤੋਂ ਬਾਅਦ ਹੀ ਮੇਲੇ ਲੱਗਦੇ ਆ। ਸੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਕਿ ਦੁਨੀਆ ਵੇਖੀ, ਮੈਂ ਪਹਿਲੀ ਵਾਰ ਵੇਖਿਆ ਕਿ ਬਾਈ ਦੇ ਇਸ ਜਹਾਨ ਤੋਂ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਸੰਸਕਾਰ 'ਤੇ ਇੰਨਾ ਇਕੱਠ, ਇੰਨੇ ਲੋਕ ਆਏ ਕਿ ਕੋਈ ਵੀ ਮੱਲਾ ਦਾ ਜਿਹੜੀ ਅੱਖ ਨਹੀਂ ਹੋਣੀ ਜਿਹੜੀ ਉਹਨਾਂ ਨੂੰ ਨਾ ਰੋਈ ਹੋਵੇ। ਅਤੇ ਉਹਨਾਂ ਦੇ ਸੰਸਕਾਰ 'ਤੇ ਇਕੱਠ ਨੂੰ ਵੇਖ ਕੇ ਭਾਈ ਜਗਰਾਜ ਸਿੰਘ ਤੂਫਾਨ ਦੀ ਯਾਦ ਆਈ ਕਿ ਉਹਨਾਂ ਸਮਿਆਂ ਦੇ ਵਿੱਚ ਮੈਂ ਭਾਈ ਜਗਰਾਜ ਸਿੰਘ ਦੇ ਸੰਸਕਾਰ ਨੂੰ ਤਾਂ ਨਹੀਂ ਵੇਖਿਆ, ਪਰ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਵੇਖੀਆਂ, ਉਹਨਾਂ ਨੂੰ ਵੇਖ ਕੇ ਪਤਾ ਲੱਗਿਆ ਕਿ ਬਾਈ ਉਹੋ ਜਿਹੀ ਸ਼ਖਸੀਅਤ ਸੀਗੀ। ਕਿਉਂਕਿ ਇੱਥੋਂ ਬਹੁਤੇ ਆਏ, ਬਹੁਤਿਆਂ ਨੇ ਚਲੇ ਜਾਣਾ। ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਜਿੰਨਾ ਇਕੱਠ ਬਾਈ ਦੇ ਸੰਸਕਾਰ 'ਤੇ ਹੋਇਆ ਅਤੇ ਹੋਏਗਾ, ਉਹ ਅੱਗੇ ਸਮਾਂ ਦੱਸੇਗਾ ਕਿ ਕਿਹੜਾ ਕੌਮ ਦਾ ਯੋਧਾ ਉੱਠਦਾ ਅਤੇ ਜਿਹੜਾ ਇਸ ਦੁਨੀਆ ਦੇ ਲਈ ਕੁਛ ਕਰਕੇ ਜਾਂਦਾ। ਅਤੇ ਪਰਮ ਜੀ, ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਸੀ ਕਿ ਜਦੋਂ 26 ਜਨਵਰੀ ਦੀ ਘਟਨਾ ਹੁੰਦੀ ਹੈ, ਦੀਪ ਬਾਈ ਹੁਣਾਂ ਨੂੰ ਬਹੁਤ ਤਰੀਕਿਆਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗਦਾਰ ਨੇ, ਇਹਨਾਂ ਨੇ ਅੰਦੋਲਨ ਨੂੰ ਹਿਲਾ ਕੇ ਰੱਖ ਦਿੱਤਾ, ਅੰਦੋਲਨ ਆਪਣੀ ਲੀਹ ਦੇ ਉੱਤੇ ਸੀ, ਇੱਕ ਤਰੀਕੇ ਦੇ ਨਾਲ ਢਾਹ ਲੱਗ ਗਈ ਹੈ। ਤੁਸੀਂ ਕੀ ਸੋਚਦੇ ਵਿਚਾਰਦੇ ਹੋ? ਹੁਣ ਉਹੀ ਅੱਖਾਂ ਉੱਥੇ ਜਾ ਕੇ ਨਮੀ ਦੇ ਵਿੱਚ ਭਰਪੂਰ ਸਨ, ਅੱਖਾਂ ਦੇ ਵਿੱਚ ਨਮੀ ਸੀ, ਉਹਨਾਂ ਦੇ ਹੰਝੂ ਵਹਾ ਰਹੇ ਸੀ। ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਨੇ ਮੌਕਾ ਗਵਾ ਲਿਆ ਕਿ ਉਹ ਹੀਰੇ ਨੂੰ ਸਾਂਭਣ ਦੇ ਵਿੱਚ ਨਾਕਾਮਯਾਬ ਰਹਿ ਗਏ ਨੇ? ਬਿਲਕੁਲ। ਇੱਥੇ ਜ਼ਿਆਦਾਤਰ ਮੈਂ ਵੀ ਉਹ ਦੇਖੇ ਆ ਲੋਕ ਜਿਹੜੇ 26 ਦੀ ਜਿੱਦੇ ਘਟਨਾ ਵਾਪਰੀ ਆ, ਅਤੇ ਜਿਹੜੀਆਂ ਮਤਲਬ ਕਿ ਲੋਕ ਬਾਈ ਨੂੰ ਗਦਾਰ ਕਹਿੰਦੇ ਸੀਗੇ, ਅਤੇ ਉਹਨਾਂ ਦੇ ਵਿੱਚੋਂ ਕਈ ਸ਼ਖਸੀਅਤਾਂ ਇਹੋ ਜਿਹੀਆਂ ਵੀ ਨੇ ਜਿਨ੍ਹਾਂ ਦਾ ਨਾਮ ਕਾਫੀ ਆ, ਅਤੇ ਚਲੋ ਆਪਾਂ ਨਾਮ ਤਾਂ ਨਹੀਂ ਲੈਣਾ, ਪਰ ਅੱਜ ਉਹਨਾਂ ਨੇ ਬਾਈ ਦੀਪ ਨੂੰ ਮੇਰਾ ਖਿਆਲ ਹੈ ਕਿ ਰੋਏ ਵੀ ਹੋਣੇ ਆ ਜੀ। ਅਤੇ ਪਰ ਉਦੋਂ ਗਦਾਰ ਦੱਸਦੇ ਸੀਗੇ। ਅਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਇਸ ਦੁਨੀਆ ਦੇ ਵਿੱਚ ਪਤਾ ਨਹੀਂ ਕਿਹੜੇ ਬੰਦੇ ਦੀ ਕਦੋਂ ਇਸ ਦੁਨੀਆ ਤੋਂ ਮੌਤ ਹੋ ਜਾਣੀ ਆ, ਪਰ ਤੁਸੀਂ ਇਹੋ ਜਿਹੇ ਕਦੇ ਬੋਲ ਨਾ ਕਿਸੇ ਨੂੰ ਬੋਲੋ, ਅਤੇ ਜਿਹੜੇ ਤੁਹਾਨੂੰ ਖੁਦ ਆਪ ਵੀ ਪਛਤਾਵਾ ਰਹੇ ਉਹਨਾਂ ਦਾ। ਕਿਉਂਕਿ ਇੱਦਾਂ ਹੁੰਦਾ ਸੀ ਕਿਸੇ ਨੂੰ ਕੁਛ ਕਹਿ ਤਾਂ ਦਿੰਦੇ ਆ, ਪਰ ਜਦੋਂ ਉਹ ਜਹਾਨੋਂ ਚਲਾ ਜਾਂਦਾ ਫਿਰ ਅਸੀਂ ਆਪਣੇ ਆਪ 'ਤੇ ਪਛਤਾਵਾ ਕਰਦੇ ਹਾਂ ਕਿ ਯਾਰ ਜੇ ਇੱਦਾਂ ਨਾ ਬੋਲਦੇ, ਇੱਦਾਂ ਨਾ ਕਹਿੰਦੇ। ਇਸ ਕਰਕੇ ਦੁਨੀਆ ਬੜਾ ਕੁਛ ਕਹਿੰਦੀ ਆ, ਪਰ ਤੁਹਾਨੂੰ ਤੁਹਾਡੇ ਬਾਰੇ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਹੋ। ਇਸ ਕਰਕੇ ਬਾਈ ਨੂੰ ਤਾਂ ਅੱਜ ਉਹ ਇੱਥੇ ਹੀ ਆ। ਮੈਨੂੰ ਲੱਗਦਾ ਕਿ ਉਹ ਸਰੀਰਕ ਪੱਖੋਂ ਦੁਨੀਆ ਤੋਂ ਚਲੇ ਗਏ ਆ, ਪਰ ਉਹਦੀ ਰੂਹ ਹਮੇਸ਼ਾ ਇਸ ਕੌਮ ਦੇ ਵਸੰਦਿਆਂ 'ਚ ਅਤੇ ਪੰਜਾਬ 'ਚ ਹਰ ਘਰ ਦੇ ਵਿੱਚ
ਉਹਨੂੰ ਯਾਦ ਕੀਤਾ ਜਾਊਗਾ ਹਮੇਸ਼ਾ ਲਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਦੇ ਕਾਰਜਕਾਲ ਦੌਰਾਨ ਅਜਿਹੀਆਂ ਚੀਜ਼ਾਂ ਵਰਤਾਰੇ ਦੇ ਵਿੱਚ ਆਉਂਦੀਆਂ ਜਿੱਥੇ ਪੰਜਾਬ ਦੀ ਕੋਈ ਗੱਲ ਕਰਦਾ ਸੀ, ਹਕੂਕਾਂ ਦੀ ਗੱਲ ਕਰਦਾ ਸੀ ਤਾਂ ਦਬਣ ਦੀਆਂ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀ। ਹੁਣ ਵੀ ਲੋਕ ਕਹਿ ਰਹੇ ਨੇ ਕਿ ਇਹ ਛੜਯੰਤਰ ਰਚਿਆ ਗਿਆ ਹੈ, ਦੀਪ ਬਾਈ ਨੂੰ ਇਸ ਹਾਦਸੇ ਦਾ ਸ਼ਿਕਾਰ ਬਣਾਇਆ ਗਿਆ, ਉਹ ਹਾਦਸੇ ਦੇ ਸ਼ਿਕਾਰ ਹੋਏ ਨਹੀਂ। ਗੱਡੀ ਦੇ ਵਿੱਚ ਲੜਕੀ ਜਿਹੜੀ ਨਾਲ ਮੌਜੂਦ ਸੀ ਉਹਨਾਂ ਦੇ ਖਰੋਚ ਤੱਕ ਨਹੀਂ ਆਉਂਦੀ, ਉਹ ਵੀ ਸਵਾਲੀਆ ਨਿਸ਼ਾਨ ਜ਼ਰੂਰ ਬਣਦਾ ਹੈ ਜੀ। ਇਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਸਾਰਾ ਵਰਤਾਰਾ ਜਿਹੜਾ ਵਾਪਰਿਆ ਹੈ ਇਹਨੂੰ ਕਿਸੇ ਤੌਰ ਤਰੀਕਿਆਂ ਦੇ ਨਾਲ ਸੈਂਟਰ ਦੀਆਂ ਏਜੰਸੀਆਂ ਦੇ ਵੱਲੋਂ ਕਰਵਾ ਦਿੱਤਾ ਗਿਆ ਹੈ? ਕਿਉਂਕਿ ਲਗਾਤਾਰ ਉਹਨਾਂ ਦੇ ਵੱਲੋਂ ਆਡੇ ਲਏ ਜਾਂਦੇ ਸੀ, ਲਗਾਤਾਰ ਉਹਨਾਂ ਦੇ ਵੱਲੋਂ ਮੱਥਾ ਲਾ ਲਿਆ ਜਾਂਦਾ ਸੀ ਸੈਂਟਰ ਨੂੰ, ਬੜੀ ਬੇਬਾਕੀ ਸੀ ਉਹਨਾਂ ਦੇ ਬੋਲਾਂ ਦੇ ਵਿੱਚ ਜੀ। ਜਜ਼ਬਾਤਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਕਾਬੂ ਪਾਉਣ ਦੇ ਵਿੱਚ ਅਸਮਰਥ ਰਹਿ ਜਾਂਦੇ ਸੀ। ਪੰਜਾਬ ਦੇ ਲੋਕਾਂ ਨੂੰ ਪਿਆਰ ਹੀ ਇੰਨਾ ਕਰਦੇ ਸੀ। ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਿਤੇ ਨਾ ਕਿਤੇ ਛੜਯੰਤਰ ਰਚਿਆ ਜ਼ਰੂਰ ਹੋਵੇਗਾ ਇਹ ਕਿਸੇ ਤਰੀਕੇ ਨਾਲ? ਬਿਲਕੁਲ ਹੋ ਸਕਦਾ ਵੀ ਇਹ ਮਤਲਬ ਕਿ ਇਹਨਾਂ ਹਕੂਮਤਾਂ ਦੀ ਕੋਈ ਜਿਹੜੀ ਚਾਲ ਹੋਵੇ ਹੈ ਨਾ, ਪਰ ਕਹਿੰਦੇ ਹੁੰਦੇ ਆ ਕਿ ਤੁਸੀਂ ਅੱਖੀਂ ਦੇਖੇ ਕੰਨੀ ਸੁਣੇ, ਤੁਹਾਨੂੰ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ। ਅਤੇ ਉਹ ਤਾਂ ਜਾਂ ਪਰਮਾਤਮਾ ਜਾਣਦਾ ਜਾਂ ਦੀਪ ਬਾਈ ਜਾਣਦਾ। ਹੌਲੀ ਹੌਲੀ ਕੁਛ ਕੁ ਦਿਨਾਂ ਤੱਕ ਸਾਰਾ ਕੁਛ ਨਿਕਲ ਆਉਣਾ, ਕਿਉਂਕਿ ਜੇ ਤੁਸੀਂ ਕਿਸੇ ਦਾ ਕਤਲ ਕਰਕੇ, ਮੈਂ ਥੋੜ੍ਹੇ ਸਮੇਂ ਪਹਿਲਾਂ ਦੀ ਗੱਲ ਦੱਸਦਾ ਕਿ ਕਿਸੇ ਪਿੰਡ ਦੇ ਵਿੱਚ ਕੋਈ ਕਤਲ ਹੋਇਆ ਅਤੇ ਉਹਦਾ ਕਤਲ ਕਰਕੇ ਰੂੜੀ 'ਚ ਦੱਬ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਕਿਸੇ ਬੰਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਰੰਜਿਸ਼ ਸੀ ਅਤੇ ਉਹਨੇ ਕਿਹਾ ਕਿ ਹਾਂ ਇਹ ਜਿਹੜਾ ਬੰਦਾ ਮਾਰਿਆ ਹੋਇਆ ਇਹ ਮੇਰਾ ਰਿਸ਼ਤੇਦਾਰ ਆ, ਅਤੇ ਜਿਨ੍ਹਾਂ ਨਾਲ ਉਹਦੀ ਰੰਜਿਸ਼ ਸੀਗੀ ਅਤੇ ਉਹਨਾਂ ਸਾਰਿਆਂ ਨੂੰ ਜੇਲ੍ਹ ਪਹੁੰਚਾਤਾ ਉਸ ਬੰਦੇ ਨੇ ਕਹਿ ਕੇ। ਅਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਪਤਾ ਚੱਲਦਾ ਕਿ ਜਿਹੜਾ ਉਹ ਰੂੜੀ ਦੇ ਵਿੱਚ ਦੱਬਿਆ ਹੋਇਆ ਬੰਦਾ ਸੀ ਉਹ ਉਹਨਾਂ ਦਾ ਰਿਸ਼ਤੇਦਾਰ ਨਹੀਂ ਸੀਗਾ, ਅਤੇ ਉਹ ਵੀ ਜਦੋਂ ਬਾਅਦ ਦੇ ਵਿੱਚ ਸਾਹਮਣੇ ਹੋ ਗਿਆ ਦੁਨੀਆ ਦੇ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਜਿਹੜੀ ਸਜ਼ਾ ਭੁਗਤਣੀ ਨਹੀਂ ਪਈ ਕਿ ਤੁਸੀਂ ਝੂਠ ਬੋਲੇ ਹੈ ਨਾ, ਕਿ ਅਗਲੇ ਦਾ ਪਰਿਵਾਰ ਤਾਂ ਸਾਰਾ ਉਜਾੜਤਾ। ਇਸ ਕਰਕੇ ਹੌਲੀ ਹੌਲੀ ਬਾਈ ਦੀਪ ਨਾਲ ਜਿੱਦਾਂ ਵੀ ਹੋਇਆ ਜਾਂ ਇਹਨਾਂ ਹਕੂਮਤਾਂ ਨੇ ਕੀਤਾ ਅਤੇ ਉਹ ਹੌਲੀ ਹੌਲੀ ਥੋੜ੍ਹੇ ਦਿਨਾਂ ਤੱਕ ਸਾਰਾ ਕੁਛ ਬਾਹਰ ਆ ਹੀ ਜਾਣਾ ਅਤੇ ਲੁਕਿਆ ਨਹੀਂ ਰਹਿੰਦਾ ਹੈਗਾ। ਬਾਕੀ ਇੱਥੇ ਸਾਡੇ ਲੋਕਾਂ ਦੀ ਜਿਹੜੀ ਫਿਤਰਤ ਆ ਉਹ ਇੱਦਾਂ ਦੀ ਆ ਕਿ ਅਸੀਂ ਕੰਡੇ ਨੂੰ ਕੰਡਾ ਅਤੇ ਫੁੱਲ ਨੂੰ ਫੁੱਲ ਕਹਿਣ ਦੀ ਹਿੰਮਤ ਨਹੀਂ ਰੱਖਦੇ ਹੈਗੇ, ਅਤੇ ਇਸ ਕਰਕੇ ਬਸ 3-4 ਦਿਨ ਹੋ ਗਿਆ, ਜਿੰਨੇ ਵੀ ਹੋ ਗਿਆ, ਬਾਈ ਦੀਆਂ ਗੱਲਾਂ ਹੁੰਦੀਆਂ ਹਰ ਪਾਸੇ ਅਤੇ ਉਹਨੂੰ ਯਾਦ ਕੀਤਾ ਜਾਂਦਾ ਅਤੇ ਮੈਨੂੰ ਲੱਗਦਾ ਕਿ ਹਮੇਸ਼ਾ ਤੱਕ ਬਾਈ ਨੂੰ ਯਾਦ ਰੱਖਿਆ ਜਾਣਾ, ਦਿਲਾਂ ਦੇ ਵਿੱਚ ਵਸ ਗਿਆ ਉਹ। ਤੁਹਾਡੀ ਪ੍ਰੋਫਾਈਲ ਦੇ ਉੱਤੇ ਤੁਸੀਂ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਹੱਥ ਦੇ ਵਿੱਚ ਤੁਹਾਡੇ ਉਹਨਾਂ ਦੀ ਐਨਕ ਦਾ ਸ਼ੀਸ਼ਾ ਹੈ। ਯਾਦਾਂ ਸਾਂਭਣ ਦੀ ਗੱਲ ਵੀ ਹੋ ਰਹੀ ਹੈ, ਲਗਾਤਾਰ ਲੋਕਾਂ ਨੇ ਰੱਸੀ ਲਾ ਕੇ ਉੱਥੇ ਰੋਕਿਆ ਸੀ, ਉਹਨਾਂ ਦੀ ਰਾਖ ਵੀ ਲੋਕ ਆਪਣੇ ਘਰ ਦੇ ਵਿੱਚ ਲਿਜਾਣ ਦੇ ਲਈ ਆਪਣਾ ਵਡਭਾਗ ਸਮਝਦੇ ਨੇ ਕਿ ਇਹ ਸਾਡੇ ਲਈ ਵਡਭਾਗੀ ਹੋ ਨਿਬੜਦੀ ਹੈ। ਤੁਸੀਂ ਕਿਵੇਂ ਵੇਖਦੇ ਹੋ? ਯਾਦਾਂ ਨੂੰ ਸਾਂਭਣ ਦੀ ਗੱਲ ਕਹੀ ਜਾਂਦੀ ਹੈ ਅਤੇ ਤੁਹਾਡੀ ਪ੍ਰੋਫਾਈਲ ਦੇ ਉੱਤੇ ਜਿਹੜੀ ਦੂਸਰੀ ਫੋਟੋ ਤੁਸੀਂ ਅਪਲੋਡ ਕੀਤੀ ਹੈ ਕਿ ਮੈਂ ਆਪਣੀ ਗੱਡੀ ਵੇਚ ਕੇ ਦੀਪ ਬਾਈ ਦੀ ਉਹ ਗੱਡੀ ਐਕਸੀਡੈਂਟ ਹੋਈ ਜਿਹੜੀ ਗੱਡੀ ਹੈ ਉਹਨੂੰ ਸਾਂਭਣਾ ਚਾਹੁੰਦਾ, ਅਤੇ ਲੋਕ ਨਕਾਰਾਤਮਕ ਕਮੈਂਟ ਵੀ ਕਰ ਰਹੇ ਨੇ, ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਤੁਸੀਂ ਕਿਵੇਂ ਵੇਖਦੇ ਹੋ? ਤੁਸੀਂ ਚੀਜ਼ ਕਿਸ ਤਰੀਕੇ ਦੇ ਨਾਲ ਸਾਂਭਣ ਦੀ ਗੱਲ ਕਹੀ ਹੈ ਅਤੇ ਉਹਨਾਂ ਦੇ ਵੱਲੋਂ ਕੀ ਕੁਝ ਭਾਵਨਾ ਵਿਖਾਈ ਗਈ ਹੈ, ਇਸ ਦੇ ਉੱਤੇ ਵੀ ਜ਼ਰੂਰ ਕੁਝ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦਾ ਸਾਰਿਆਂ ਨੂੰ, ਹੱਥ ਜੋੜ ਕੇ ਬੇਨਤੀ ਆ ਕਿ ਇਸ ਦੁਨੀਆ ਦੇ ਵਿੱਚ ਜੇਕਰ ਤੁਹਾਨੂੰ ਗਾਲਾਂ ਕੱਢ ਕੇ ਕਿਸੇ ਨੂੰ ਖੁਸ਼ੀ ਮਿਲਦੀ ਆ, ਤੁਹਾਨੂੰ ਬਦਸੂਰਤ ਕਹਿ ਕੇ ਖੁਸ਼ੀ ਮਿਲਦੀ ਆ, ਤੁਹਾਡੇ ਚਿਹਰਿਆਂ ਨੂੰ ਵੇਖ ਕੇ ਉਸ ਤੋਂ ਬਾਅਦ ਉਹਨਾਂ ਨੂੰ ਖੁਸ਼ੀ ਮਿਲਦੀ ਆ ਕਿ ਇਹ ਬਦਸੂਰਤ ਨੇ, ਦੇਖਣਯੋਗ ਨਹੀਂ ਆ, ਅਤੇ ਮੇਰਾ ਖਿਆਲ ਆ ਕਿ ਇਹ ਉਹਨਾਂ ਦੀ ਬਦਕਿਸਮਤੀ ਆ ਕਿ ਤੁਹਾਡੀ ਖੁਸ਼ਨਸੀਬੀ ਆ ਕਿ ਤੁਸੀਂ ਕਿਸੇ ਨੂੰ ਖੁਸ਼ੀ ਦੇ ਰਹੇ ਹੋ। ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੇ ਤੁਹਾਨੂੰ ਗਾਲਾਂ ਕੱਢ ਕੇ, ਜੇ ਤੁਹਾਨੂੰ ਗਲਤ ਕਮੈਂਟ ਕਰਕੇ ਖੁਸ਼ੀ ਮਿਲਦੀ ਆ ਅਤੇ ਇਹਦੇ ਵਿੱਚ ਤੁਸੀਂ ਬਦਕਿਸਮਤ ਹੋ ਕਿ ਮੈਂ ਖੁਸ਼ਨਸੀਬ ਹਾਂ ਕਿਉਂਕਿ ਮੈਂ ਤੁਹਾਨੂੰ ਖੁਸ਼ੀ ਦੇ ਰਿਹਾ, ਅਤੇ ਇਸ ਕਰਕੇ ਮੈਂ ਤਾਂ ਕਿਸੇ ਨੂੰ ਕੁਛ ਬੋਲਦਾ ਨਹੀਂ ਹੁੰਦਾ, ਭਾਵੇਂ ਕੋਈ ਕਿਸੇ ਦਾ ਕਮੈਂਟ ਆਉਂਦਾ ਗਲਤ ਆਉਂਦਾ, ਅਤੇ ਕਿਉਂਕਿ ਸਾਡੀ ਜਿਹੜੀ ਲੋਕਾਂ ਦੀ ਫਿਤਰਤ ਆ, ਭਾਵੇਂ ਉਹਦੇ ਵਿੱਚ ਮੈਂ ਹੀ ਕਿਉਂ ਨਾ ਆਉਂਦਾ ਹੋਵਾਂ, ਕਿ ਜੇ ਸਾਨੂੰ ਹੁਣ ਜਦੋਂ ਮੈਂ ਉਸ ਪੋਸਟ ਨੂੰ ਪਾਇਆ ਅਤੇ ਉਹ ਥੋੜ੍ਹੇ ਟਾਈਮ ਦੇ ਵਿੱਚ ਉਹਨੂੰ ਘੱਟੋ ਘੱਟ 300-400 ਲੋਕਾਂ ਨੇ ਸ਼ੇਅਰ ਕੀਤਾ, ਅਤੇ ਉੱਥੇ ਕਮੈਂਟ ਵੀ ਆਏ, ਪਿਆਰ ਦੇ ਰਹੇ ਨੇ, ਤੁਹਾਨੂੰ ਦੁਆਵਾਂ ਦੇ ਰਹੇ ਆ, ਹੈ ਨਾ। ਅਤੇ ਜਿਹੜੇ ਗਲਤ ਕਮੈਂਟ ਕਰ ਰਹੇ ਆ ਮੈਂ ਉਹਨਾਂ ਵੱਲ ਕਿਉਂ ਜਾਵਾਂ, ਅਤੇ ਮੈਂ ਉਹਨਾਂ ਦੀ ਕਦਰ ਕਰਾਂ ਜਿਹੜੇ ਚੰਗਾ ਕਹਿੰਦੇ ਆ, ਜਿਹੜੇ ਤੁਹਾਨੂੰ ਸਰਾਹੁੰਦੇ ਆ, ਜਿਹੜੇ ਤੁਹਾਨੂੰ ਪਿਆਰ ਕਰਦੇ ਆ। ਅਤੇ ਪਰ ਸਾਡੀ ਫਿਤਰਤ ਕਈ ਵਾਰ ਇੱਦਾਂ ਦੀ ਹੁੰਦੀ ਆ ਕਿ ਜੇ ਤੁਹਾਨੂੰ
50 ਲੋਕ ਪਿਆਰ ਕਰਦੇ ਆ, 50 ਦੇ ਵਿੱਚੋਂ ਜੇ ਤੁਹਾਨੂੰ 2 ਨਫ਼ਰਤ ਕਰਦੇ ਆ ਤੇ ਤੁਹਾਡਾ ਮਾਈਂਡ ਆ ਉਹ ਦੋਵਾਂ ਵੱਲ ਚਲਾ ਜਾਊਗਾ ਕਿ ਉਹ ਇਦਾਂ ਕਿਉਂ ਕਰਦੇ ਆ। ਅਸੀਂ ਉਹਨਾਂ 48 ਬੰਦਿਆਂ ਦਾ ਲੁਤਫ ਨਹੀਂ ਲੈਂਦੇ ਹੈਗੇ। ਇਸ ਕਰਕੇ ਮੈਨੂੰ ਤਾਂ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਆ। ਤੇ ਬਾਈ ਦੇ ਨਾਲ ਪਿਆਰ ਸੀਗਾ, ਮੁਹੱਬਤ ਸੀਗੀ, ਉਹਦੇ ਨਾਲ ਮੋਹ ਸੀਗਾ ਤੇ ਜਿਹੜਾ ਹਮੇਸ਼ਾ ਹੀ ਰਹਿਣਾ। ਉਹਦੇ ਜਿਉਂਦੇ ਜਦੋਂ ਮੈਂ ਕਈ ਵਾਰ ਉਹਦੀ ਕਲਿੱਪ ਪਾ ਦਿੰਦਾ ਸੀਗਾ ਤਾਂ ਮੇਰੇ ਕਈ ਵਾਰ ਆਪਣੇ ਕਹਿ ਦਿੰਦੇ ਸੀਗੇ ਕਿ ਪਰ ਉਹਦੀ ਸੋਚ ਕੁਛ ਹੋਰ ਆ, ਕਿ ਤੈਨੂੰ ਲੋਕ ਉਹਦੇ ਨਾਲ ਜੋੜ ਦੇਣਗੇ ਹਨਾ, ਤੇਰੇ ਨਾਲ ਲੋਕ ਘੱਟ ਜੁੜਨਗੇ ਫੇਰ ਹਨਾ, ਕਿ ਪਰਮ ਵੀ ਇਦਾਂ ਦੀ ਹੋਣਾ। ਤੇ ਮੈਂ ਕਹਿਣ ਤੇ ਡਿਲੀਟ ਵੀ ਕਰ ਦਿੰਦਾ ਸੀਗਾ। ਤੇ ਅੱਜ ਮੈਨੂੰ ਮਤਲਬ ਕਿ ਲੱਗਦਾ ਕਿ ਬਾਈ ਦੀ ਉਹ ਇੱਕੋ ਇੱਕ ਚੀਜ਼ ਜਿਹੜੀ ਮੇਰੀ ਜ਼ਿੰਦਗੀ ਦੇ ਨਾਲ ਜੁੜ ਕੇ ਹਮੇਸ਼ਾ ਰਹਿਣੀ ਆ, ਉਹਦੇ ਬੋਲ ਰਹਿਣੇ ਆ ਤੇ ਉਹ ਹਮੇਸ਼ਾ ਮੇਰੇ ਕੋਲ ਆ। ਕਿਉਂਕਿ ਜਿਹੜੀ ਨਿਸ਼ਾਨੀਆਂ ਦੀ ਗੱਲ ਆ ਕਿ ਜਦੋਂ ਤੁਸੀਂ ਕਿਸੇ ਨੂੰ ਮੁਹੱਬਤ ਕਰਦੇ ਆ, ਤੁਸੀਂ ਕਿਸੇ ਨੂੰ ਮੋਹ ਕਰਦੇ ਆ, ਤੁਹਾਡੀ ਮਸ਼ੂਕ ਤੁਹਾਡਾ ਕੋਈ ਵੀ ਹੋ ਸਕਦਾ ਤੇ ਜਿਹਨਾਂ ਤੁਸੀਂ ਪਿਆਰ ਕਰਦੇ ਆ। ਕਈ ਵਾਰ ਤਾਂ ਅਸੀਂ ਉਹਨਾਂ ਦੀਆਂ ਛੋਟੀਆਂ ਚੀਜ਼ਾਂ ਸੰਭਾਲ ਕੇ ਰੱਖਦੇ ਆ, ਪਰ ਦੀਪ ਬਾਈ ਨੇ ਤਾਂ ਸਾਡੀ ਕੌਮ ਲਈ, ਪੰਜਾਬੀਅਤ ਲਈ, ਪੰਜਾਬ ਲਈ ਬਹੁਤ ਕੁਛ ਕਰ ਗਏ ਆ। ਕਿਉਂ ਨਾ ਉਹਨਾਂ ਦੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਜਾਵੇ। ਤੇ ਇਸ ਕਰਕੇ ਮੈਂ ਪੋਸਟ ਪਾਈ ਸੀ ਕਿ ਮੈਂ ਆਪਣੀ ਗੱਡੀ ਨੂੰ ਵੇਚ ਕੇ ਤੇ ਜੇ ਮੈਨੂੰ ਉਸ ਦੀ ਗੱਡੀ ਮਿਲਦੀ ਆ ਤਾਂ ਮੈਂ ਆਪਣੇ ਕੋਲੇ ਹਮੇਸ਼ਾ ਸੰਭਾਲ ਕੇ ਰੱਖੂੰਗਾ। ਮੈਂ ਬੇਨਤੀ ਕਰਦਾ ਕਿ ਜੇ ਇੱਦਾਂ ਹੋ ਸਕਦਾ ਤੇ ਪਲੀਜ਼ ਮੈਨੂੰ ਮਤਲਬ ਕਿ ਮੇਰਾ ਸਾਥ ਦਿਓ ਹਨਾ, ਤੇ ਜਾਂ ਮੈਨੂੰ ਉਹ ਚੀਜ਼ ਜ਼ਰੂਰ ਮਿਲਣੀ ਚਾਹੀਦੀ ਹੈ। ਜੀ, ਤੁਸੀਂ ਐਜ਼ ਏ ਲੇਖਕ ਵਿਚਰਦੇ ਹੋ, ਐਜ਼ ਏ ਸਿੰਗਰ ਵੀ ਤੁਸੀਂ ਵਿਚਰਦੇ ਹੋ, ਤੁਹਾਡਾ ਗਾਣਾ ਵੀ ਆਉਣ ਵਾਲਾ ਹੈ ਜੀ। ਤੇ ਬੜੀ ਮੰਦਭਾਗੀ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਉਸੇ ਦਿਨਾਂ ਦੇ ਵਿੱਚ ਉਹਨਾਂ ਵਕਫਿਆਂ ਦੇ ਵਿੱਚ ਦੀਪ ਬਾਈ ਦਾ ਜਿਹੜਾ ਅੰਤਿਮ ਭੋਗ ਦੀ ਅਰਦਾਸ ਵੀ ਉਹ ਉਹਨਾਂ ਦਿਨਾਂ ਦੇ ਵਿੱਚ ਹੀ ਹੋਣੀ ਹੈ ਜੀ। ਤੁਹਾਡੀ ਉਹ ਗੀਤ ਦਾ ਵਰਤਾਰਾ ਕਿਵੇਂ ਚੱਲ ਰਿਹਾ? ਕਿਉਂਕਿ ਲੰਬੇ ਸਮੇਂ ਤੋਂ ਤੁਸੀਂ ਇਸ ਦੇ ਉੱਤੇ ਕੰਮ ਕਰਦੇ ਆ ਰਹੇ ਸੀ ਤੇ ਅਚਨਚੇਤ ਇਹ ਭਾਣਾ ਵਾਪਰ ਜਾਂਦਾ। ਤੇ ਮੈਂ ਸੱਚ ਦੱਸਾਂ ਤੇ ਹੁਣ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ। ਤੇ 3-4 ਦਿਨ ਹੋ ਗਿਆ ਤੇ ਜਦੋਂ ਮਤਲਬ ਕਿ ਬਾਈ ਦਾ ਜਿੱਦੇ ਉਹਦਾ ਐਕਸੀਡੈਂਟ ਹੋਇਆ ਤੇ ਮੈਨੂੰ ਮੈਸੇਜ ਆਇਆ। ਮੈਂ ਮੇਰੇ ਦੋਸਤ ਕੋਲ ਸੀਗਾ ਉਹਦੇ ਪਿੰਡ ਤੇ ਉੱਥੇ ਥੋੜੀ ਰੇਂਜ ਦੀ ਪ੍ਰੋਬਲਮ ਸੀ ਤੇ ਮੈਨੂੰ ਕਿਸੇ ਦਾ ਮੈਸੇਜ ਆਇਆ ਕਿ ਦੀਪ ਬਾਈ ਦੀ ਡੈਥ ਹੋ ਗਈ ਆ, ਉਹਦਾ ਐਕਸੀਡੈਂਟ ਹੋ ਗਿਆ। ਤੇ ਮੈਨੂੰ ਲੱਗਾ ਕਿ ਕਈ ਜਿਹੜੇ ਚੈਨਲ ਹੁੰਦੇ ਆ ਤੇ ਉਹ ਕਈ ਵਾਰ ਆਪਣੀ ਮਤਲਬ ਕਿ TRP ਦੇ ਲਈ ਉੱਦਾਂ ਹੀ ਪੋਸਟ ਕਰ ਦਿੰਦੇ ਆ ਕਿ ਫਲਾਣੇ ਐਕਟਰ ਦੀ ਫਲਾਣੇ ਦੀ ਮਤਲਬ ਹੋਇਆ ਦੇਹਾਂਤ। ਹਾਂ, ਤੇ ਮੈਨੂੰ ਉੱਦਾਂ ਹੀ ਲੱਗਿਆ। ਤੇ ਉਸ ਤੋਂ ਬਾਅਦ ਤੇ ਜਦੋਂ ਫਿਰ ਮਤਲਬ ਕਿ ਪੋਸਟਾਂ ਪਈ ਗਈਆਂ ਤੇ ਦੇਖੀ ਗਿਆ ਤਕਰੀਬਨ ਰਾਤ ਦੇ 2 ਵੱਜ ਗਏ ਆ। ਤੇ ਫਿਰ ਵੀ ਇੱਦਾਂ ਲੱਗੇ ਕਿ ਸੱਚੇ ਪਾਤਸ਼ਾਹ ਸਵੇਰ ਹੁੰਦਿਆਂ ਹੀ ਕੋਈ ਇੱਦਾਂ ਦਾ ਸੁਨੇਹਾ ਆਵੇ ਕਿ ਉਹ ਦੀਪ ਬਾਈ ਨਹੀਂ ਸੀਗਾ। ਤੇ ਬਸ ਸਵੇਰ ਹੋਈ, ਫਿਰ ਫੇਸਬੁੱਕ ਵੇਖੀ, ਫਿਰ ਸਾਰਾ ਵੀ ਮਤਲਬ ਕਿ ਬੜਾ ਮਨ ਇੱਦਾਂ ਦੁਖੀ ਹੋਇਆ ਕਿ 17 ਤਰੀਕ ਨੂੰ ਬਾਈ ਨੂੰ ਮਿਲਣਾ ਸੀਗਾ ਕਿ ਉਹਨਾਂ ਨੇ ਰੋਡ ਸ਼ੋਅ ਕਰਨਾ ਸੀਗਾ ਤਰਨਤਾਰਨ ਸਾਹਿਬ ਦੇ ਵਿੱਚ। ਬੜੀ ਮਨ ਨੂੰ ਖੁਸ਼ੀ ਸੀ ਕਿ ਅੱਜ ਬਾਈ ਨਾਲ ਮਿਲਾਂਗੇ, ਅੱਜ ਗੱਲਾਂ ਹੋਣਗੀਆਂ, ਅੱਜ ਉਹਨਾਂ ਨੂੰ ਘੁੱਟ ਕੇ ਜੱਫੀ ਪਾਈ ਜਾਊਗੀ, ਪਰ ਸ਼ਾਇਦ ਉਹ ਕੁਦਰਤ ਨੂੰ ਨਹੀਂ ਮਨਜ਼ੂਰ ਸੀਗਾ। ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗੀ ਗਿਆ ਤੇ ਫਿਰ ਉਹਦੇ ਸੰਸਕਾਰ ਦਾ ਪਤਾ ਲੱਗਿਆ ਤੇ ਉਹਨਾਂ ਦਾ ਪਿੰਡ ਮੁਕਤਸਰ ਜ਼ਿਲ੍ਹੇ ਦੇ ਵਿੱਚ ਜੱਦੀ ਪਿੰਡ ਆ ਜਿਹੜਾ। ਤੇ ਮੈਂ ਉੱਥੋਂ ਗੱਡੀ ਚੱਕੀ ਤੇ ਮੈਂ ਉਧਰ ਵੱਲ ਨੂੰ ਲੈ ਗਿਆ ਕਿ ਉਹਨਾਂ ਦਾ ਉੱਥੇ ਸੰਸਕਾਰ ਉੱਥੇ ਹੋਣਾ, ਵੀ ਪਿੰਡ ਆਪਦੇ ਜੱਦੀ ਪਿੰਡ ਹੀ ਹੋਣਾ। ਤੇ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਤੇ ਵੀ ਬਾਈ ਦਾ ਜਿਹੜਾ ਸੰਸਕਾਰ ਆ ਉਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਥਰੀਕੇ ਪਿੰਡ ਕੀਤਾ ਜਾਊਗਾ। ਤੇ ਫਿਰ ਵੀ ਆਪਣੇ ਆਪ ਨੂੰ ਇੰਨਾ ਮਤਲਬ ਕਿ ਦੁੱਖ ਹੋਇਆ ਕਿ ਪਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਆ ਵੀ ਜਾਂਦੀ ਵਾਰ ਵੀ ਉਹਦੀ ਰੂਹ ਦੇ ਦੀਦਾਰ ਨਹੀਂ ਹੋ ਸਕੇ। ਤੇ ਫਿਰ ਮੈਂ ਕਿਹਾ ਵੀ ਜਦੋਂ ਨੂੰ ਹੁਣ ਮੈਂ ਵਾਪਸ ਆਉਣਾ ਜਾਂ ਜਿੱਦਾਂ ਵੀ ਹੋਣਾ, ਦੂਰ ਪੈ ਜਾਣਾ ਮੈਨੂੰ ਕਾਫੀ। ਤੇ ਫਿਰ ਤਾਂ ਉਸ ਤੋਂ ਬਾਅਦ ਉਹਦਾ ਚਿਹਰਾ ਤਾਂ ਮੇਰਾ ਖਿਆਲ ਹੈ ਕਿ ਕਿਸੇ ਨੇ ਵੀ ਨਹੀਂ ਦੇਖਿਆ ਹੋਣਾ ਹੈਗਾ, ਜਿੱਦਾਂ ਦਾ ਵੀ ਸੀਗਾ। ਤੇ ਉਸ ਤੋਂ ਬਾਅਦ ਫਿਰ ਪਿੰਡ ਆਏ ਤੇ ਹੁਣ ਦੇਖੋ ਕਿ ਭੋਗ ਤੇ ਜ਼ਰੂਰ ਪਹੁੰਚੂੰਗਾ। ਤੇ ਬਾਕੀ ਗੀਤਾਂ ਦੀ ਗੱਲ ਤੁਸੀਂ ਕਰ ਰਹੇ ਹੋ ਤਾਂ ਕੁਝ ਸੁੱਝਦਾ ਹੀ ਨਹੀਂ ਆ। ਸੱਚ ਪੁੱਛੋ ਦੋਵੇਂ ਪੰਜਾਬ ਗੀਤ ਮੇਰਾ ਜਿਹੜਾ ਉਹ 25 ਫਰਵਰੀ ਨੂੰ ਜਿਹੜਾ ਆਉਣਾ ਸੀਗਾ, ਅੱਜ ਪਤਾ ਲੱਗਿਆ ਕਿ ਉਹਨਾਂ ਦਾ ਮੇਰਾ ਖਿਆਲ 26 ਨੂੰ ਭੋਗ ਆ। ਤੇ ਹੁਣ ਪਹਿਲਾਂ ਨਹੀਂ ਹੋਊਗਾ ਤੇ ਭੋਗ ਤੋਂ ਬਾਅਦ ਹੀ ਰਿਲੀਜ਼ ਕੀਤਾ ਜਾਊਗਾ ਗੀਤ।
ਤੁਹਾਡੀ ਲੇਖਣੀ ਦੇ ਵਿੱਚ ਸੁਹਿਰਦਗੀ ਹੁੰਦੀ ਸੀ, ਤੁਹਾਡੀ ਲੇਖਣੀ ਦੇ ਵਿੱਚ ਸਿੱਖ ਕੌਮ ਦੀ ਗੱਲ ਕੀਤੀ ਜਾਂਦੀ ਸੀ, ਪੰਜਾਬ ਦੀ, ਪੰਜਾਬੀਅਤ ਦੀ, ਤੇ ਮਿੱਟੀ ਦੇ ਨਾਲ ਜੁੜੇ ਹੋਣ ਦੀ ਖੁਸ਼ਬੂ ਵੀ ਤੁਹਾਡੇ ਬੋਲਾਂ ਦੇ ਵਿੱਚੋਂ ਅਕਸਰ ਆਉਂਦੀ ਸੀ। ਲੋਕ ਤੁਹਾਨੂੰ ਪਿਆਰ ਕਰਦੇ ਨੇ, ਤੁਸੀਂ ਸਾਂਝੇ ਹੋ ਲੋਕਾਂ ਦੇ, ਕਲਾਕਾਰ ਸਾਂਝਾ ਹੁੰਦਾ। ਬਿਲਕੁਲ। ਤੁਸੀਂ ਹੁਣ ਜਾ ਕੇ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹੋ, ਹੱਕ ਦੇ ਵਿੱਚ ਉਹਨਾਂ ਦੇ ਨਾਲ ਜਾ ਕੇ ਸਮਰਥਨ ਦੇਣ ਦੀ ਗੱਲ ਕਰਦੇ ਹੋ ਜੀ। ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਕੈਰੀਅਰ ਦੇ ਉੱਤੇ ਕਿਤੇ ਨਾ ਕਿਤੇ ਇਸ ਦਾ ਪ੍ਰਭਾਵ ਜ਼ਰੂਰ ਆਉਣਾ ਹੈ? ਹਾਂ, ਮੈਂ ਕਿਉਂਕਿ ਮੇਰਾ ਪੋਲੀਟੀਕਲ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ, ਮੇਰੇ ਰਾਹ ਹੋਰ ਆ। ਤੇ ਮੇਰੀ ਜਿਹੜੀ ਸ਼ਾਇਰੀ ਆ, ਜਿਹੜੇ ਮੇਰੇ ਗੀਤ ਨੇ ਉਹ ਹੋਰ ਤਰ੍ਹਾਂ ਦੇ ਨੇ। ਮੈਂ ਮਤਲਬ ਕਿ ਜਿੱਦਾਂ ਭੜਕੀਲਾ ਕਹਿ ਲਓ ਹੈ ਨਾ, ਮੈਂ ਸਕੂਨ ਚਾਹੁੰਦਾ ਜ਼ਿੰਦਗੀ ਦੇ ਵਿੱਚ, ਠਹਿਰਾ। ਕਈ ਮਤਲਬ ਕਿ ਚਲੋ ਪਾਰਟੀਆਂ ਦੇ ਵਿੱਚ ਦੋਸਤ ਮਿੱਤਰ ਵੀ MLA ਖੜੇ ਹੋਏ ਆ ਮੇਰੇ, ਤੇ ਮੈਂ ਉਹ ਕਹਿੰਦੇ ਪਰਮ ਵੀ ਸਾਡੇ ਨਾਲ ਕੰਪੇਨਿੰਗ ਕਰ ਹੈ ਨਾ, ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਨਹੀਂ ਵੀਰੇ, ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਹੈ ਨਾ, ਤੁਹਾਡੇ ਨਾਲ ਮੁਹੱਬਤ ਆ, ਪਿਆਰ ਆ, ਉਹ ਹਮੇਸ਼ਾ ਹੈਗਾ, ਤੇ ਤੁਸੀਂ ਚੰਗਾ ਕਰੋਗੇ ਤੇ ਤੁਹਾਡੇ ਨਾਲ ਹਮੇਸ਼ਾ ਤੱਕ ਖੜੇ ਰਵਾਂਗੇ ਹੈ ਨਾ, ਤੇ ਵੀ ਮੈਂ ਨਾਲ ਨਹੀਂ ਤੁਰ ਸਕਦਾ ਹੈਗਾ। ਉਸ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬਸ ਇੱਕੋ ਸਪੀਚ ਸੁਣੀ ਕਿ ਜਿਹਦੇ ਵਿੱਚ ਉਹਨੇ ਕਿਹਾ ਕਿ ਬਾਕੀ ਦੀਆਂ ਕੌਮਾਂ ਉਹਨਾਂ ਲੋਕਾਂ ਨੂੰ ਜਿਤਾ ਦਿੰਦੀ ਆ, ਪਰ ਮੇਰੀ ਕੌਮ ਹੀ ਮੈਨੂੰ ਹਰਾ ਦਿੰਦੀ ਆ। ਬਸ ਇੰਨਾ ਹੀ ਸੁਣਿਆ ਮੈਂ, ਤੇ ਮਨ ਭਾਵਕ ਹੋ ਗਿਆ ਬਹੁਤ ਜ਼ਿਆਦਾ। ਤੇ ਉਸ ਤੋਂ ਬਾਅਦ ਮੈਂ ਪੋਸਟ ਕੀਤੀ ਕਿ ਮੈਂ ਮਾਨ ਸਾਹਿਬ ਨੂੰ ਮਿਲਣਾ ਤੇ ਉਹਨਾਂ ਦੇ ਕੋਲ ਜਾਣਾ, ਤੇ ਦੂਜੇ ਦਿਨ ਚਲੋ ਮਤਲਬ ਕਿ ਮੈਨੂੰ ਕਿਸੇ ਨਾ ਕਿਤੇ ਕਿਵੇਂ ਪਤਾ ਲੱਗ ਗਿਆ, ਹਾਂ ਸਬੱਬ ਬਣ ਗਿਆ। ਮੈਂ ਮਾਨ ਸਾਹਿਬ ਨੂੰ ਮਿਲਿਆ, ਗੱਲਾਂ ਬਾਤਾਂ ਕੀਤੀਆਂ ਕਿ ਮੇਰਾ ਪੋਲੀਟੀਕਲ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਆ, ਤੇ ਇੱਕ ਸਿਰਫ ਉਹ ਬੋਲ ਤੁਹਾਡੇ ਖਿੱਚ ਕੇ ਲੈ ਕੇ ਆਇਆ, ਕਿਉਂਕਿ ਮੈਂ ਵੀ ਉਸੇ ਕੌਮ ਦੇ ਵਿੱਚ ਪੈਦਾ ਹੋਇਆ। ਤੇ ਉਸ ਤੋਂ ਬਾਅਦ ਦੂਜੇ ਦਿਨ ਉਹਨਾਂ ਦਾ ਜਿੱਦਾਂ ਸਰੌਦ ਪਿੰਡ ਦੇ ਵਿੱਚ ਪ੍ਰੋਗਰਾਮ ਸੀਗਾ, ਤੇ ਉੱਥੇ ਸਪੀਚ ਕਰਨ ਦਾ ਮੌਕਾ ਮਿਲਿਆ। ਤੇ ਫਿਰ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਮਹਿਰੋਂ ਜਿਹੜੇ ਤਰਨਤਾਰਨ ਸਾਹਿਬ ਤੋਂ ਖੜੇ ਹੋਏ ਆ, ਤੇ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਪਰਮ ਤੈਨੂੰ ਕੋਈ ਨਹੀਂ ਜਾਣਦਾ ਹੈਗਾ, ਕਿਉਂਕਿ ਹਾਲੇ ਤੁਸੀਂ ਉੱਥੇ ਤੱਕ ਨਹੀਂ ਪਹੁੰਚੇ ਹੈਗੇ। ਤੇ ਪਰ ਜਦੋਂ ਪਤਾ ਲੱਗਦਾ ਕਿ ਤੁਹਾਨੂੰ ਫਲਾਣਾ ਵੀ ਜਾਣਦਾ, ਤੁਹਾਨੂੰ ਉਹ ਵੀ ਜਾਣਦਾ, ਤੇ ਫਿਰ ਇੱਦਾਂ ਹੁੰਦਾ ਕਿ ਥੋੜ੍ਹਾ ਥੋੜ੍ਹਾ ਜਾਣਨ ਲੱਗ ਗਿਆ ਤੁਹਾਨੂੰ ਹੁਣ। ਤੇ ਅੰਮ੍ਰਿਤਪਾਲ ਮਹਿਰੋਂ ਨਾਲ ਮੇਰਾ ਦੋਸਤ ਚਮਕੌਰ ਨੇ ਗੱਲ ਕਰਾਈ, ਤੇ ਭਾਈ ਕਹਿੰਦਾ ਤੇਰਾ ਨੰਬਰ, ਤੇ ਮੈਂ ਤਾਂ ਛੋਟਾ ਸਰਤਾਜ ਕਰਕੇ ਸੇਵ ਕੀਤਾ ਹੋਇਆ, ਤੇ ਮਨ ਨੂੰ ਬੜਾ ਸਕੂਨ ਮਿਲਿਆ। ਤੇ ਬਾਈ ਨੂੰ ਕਿਹਾ ਕਿ ਮੈਂ ਆਊਂਗਾ, ਤੇ ਤਰਨਤਾਰਨ ਸਾਹਿਬ ਫਿਰ ਮੈਂ ਉਹਨਾਂ ਦਾ ਰੋਡ ਸ਼ੋਅ ਸੀਗਾ ਜਿਹੜਾ ਉਹ 18 ਤਰੀਕ ਦਾ ਹੋਇਆ ਸੀਗਾ, ਤੇ ਬਾਈ ਨੂੰ ਦੀਪ ਨੂੰ ਉੱਦੇ ਮਿਲਣਾ ਸੀਗਾ। ਤੇ ਉਸ ਤੋਂ ਬਾਅਦ ਮੈਂ ਰਾਤ ਨੂੰ ਪਹੁੰਚਿਆ ਤੇ ਰੋਡ ਸ਼ੋਅ ਕਰਵਾ ਕੇ ਤੇ ਫਿਰ ਵਾਪਸ ਆ ਗਿਆ। ਉਹੀ ਯਾਦ ਦੀ ਗੱਲ ਕਰਦੇ ਹਾਂ, ਤੁਸੀਂ ਕਹਿੰਦੇ ਤੁਸੀਂ ਬੋਲ ਸਾਂਭੇ ਹੋਏ ਨੇ, ਤੁਹਾਨੂੰ ਮੈਸੇਜ ਵੀ ਕੀਤਾ ਸੀ ਦੀਪ ਬਾਈ ਹੋਰਾਂ ਨੇ, ਉਹਨਾਂ ਨੇ ਮੈਸੇਜ ਕੀਤਾ ਸੀ ਕਿ ਮੈਂ ਆ ਰਿਹਾ ਬਠਿੰਡਾ, ਆਵਾਂਗਾ ਤਾਂ ਜੇ ਮੇਰੇ ਤੋਂ ਮੈਸੇਜ ਨਾ ਕੀਤਾ ਗਿਆ ਤਾਂ ਮਾਫੀ ਚਾਹੁੰਦਾ, ਪਰ ਮਿਲਾਂਗੇ ਜ਼ਰੂਰ। ਪਰ ਅਜਿਹਾ ਨਾ ਮਿਲਣਾ ਛੱਡ ਕੇ ਹੁਣ ਦੁਨੀਆ ਤੋਂ ਰੁਖਸਤ ਹੋ ਗਏ ਨੇ, ਉਹਨਾਂ ਦਾ ਦੁਬਾਰਾ ਵਾਪਸ ਮੁੜਨਾ ਸੰਭਵ ਹੀ ਨਹੀਂ ਹੈ ਕਿਸੇ ਤਰੀਕੇ ਨਾਲ, ਕੁਦਰਤੀ ਵਰਤਾਰਾ ਹੈ, ਆਇਆ ਜਾਣਾ ਪੈਣਾ। ਪਰ ਇਸ ਮੌਕੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ? ਮੈਨੂੰ ਨਹੀਂ ਲੱਗਦਾ ਇਹ ਚੀਜ਼ ਹਰੇਕ ਦੇ ਕੋਲ ਸਾਂਭੀ ਪਈ ਹੋਣੀ ਹੈ, ਤੁਹਾਡੇ ਕੋਲ ਇਹ ਤਾਉਮਰ ਰਹਿਣੀ ਹੈ ਜੀ। ਇਸ ਚੀਜ਼ ਨੂੰ ਲੈ ਕੇ ਜਦੋਂ ਤੁਸੀਂ ਸੁਣਦੇ ਹੋ, ਕੰਨਾਂ ਦੇ ਵਿੱਚ ਉਹ ਬੋਲ ਪੈਂਦੇ ਨੇ, ਇੱਕਦਮ ਦੇ ਨਾਲ ਰੂਹ ਝੰਜੋੜੀ ਜਾਂਦੀ ਹੋਣੀ ਹੈ, ਕੀ ਮਹਿਸੂਸ ਕੀ ਕਰਦੇ ਹੋ? ਮੈਂ ਮਤਲਬ ਕਿ ਜਦੋਂ 2017 ਦੀ ਉਹ ਰਿਕਾਰਡਿੰਗ ਆ ਮੇਰੇ ਕੋਲ, ਤੇ ਬਾਈ ਨੇ 2-3 ਰਿਕਾਰਡਿੰਗਾਂ ਹੋਰ ਵੀ ਮੈਨੂੰ ਭੇਜੀਆਂ ਹੋਈਆਂ, ਤੇ ਮੈਂ ਉਹਨਾਂ ਨੂੰ ਮਤਲਬ ਕਿ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਸੀ, ਮੈਂ ਉਹਨਾਂ ਨੂੰ ਪੂਰਾ ਕਿੱਸਾ ਭੇਜਿਆ, ਤੇ ਉਹਨਾਂ ਨੇ ਬੋਲ ਕੇ ਭੇਜਿਆ ਕਿ ਤੂੰ ਮੈਨੂੰ ਇਮੋਸ਼ਨਲ ਕਰਤਾ, ਤੇ ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ। ਤੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਤੁਹਾਨੂੰ ਮਿਲਣਾ ਚਾਹਣਾ, ਤੇ ਫਿਰ ਉਹਨਾਂ ਨੇ ਉਹ ਰਿਕਾਰਡਿੰਗ ਭੇਜੀ, ਤੇ ਉਸ ਤੋਂ ਬਾਅਦ ਅਸੀਂ ਮਿਲੇ ਵੀ, ਜਿੱਦਾਂ ਸੰਭੂ ਬਾਰਡਰ ਤੇ ਉੱਥੇ ਉਹ ਆਏ, ਤੇ ਉੱਥੇ ਮੈਂ ਉਹਨਾਂ ਨੂੰ ਟਰਾਲੀ ਦੇ ਵਿੱਚ ਵੇਖਿਆ, ਤੇ ਉਸ ਤੋਂ ਬਾਅਦ ਉਹ ਇੱਕ ਉੱਥੇ ਫਾਰਮ ਸੀਗਾ ਕੋਈ, ਤੇ ਉੱਥੇ ਬੈਠੇ ਮੈਂ ਉੱਥੇ ਵੀ ਵੇਖਿਆ ਉਹਨਾਂ ਨੂੰ, ਪਰ ਮੈਂ ਕੋਲ ਜਾਣ ਦੀ ਹਿੰਮਤ ਨਾ ਪਈ। ਮੈਨੂੰ ਡਰ ਲੱਗਿਆ ਕਿ ਯਾਰ ਪਤਾ ਨਹੀਂ ਤੈਨੂੰ ਬਾਈ ਨਾਲ ਕਿਸੇ ਨੇ ਮਿਲਾਉਣਾ ਜਾਂ ਨਾ ਮਿਲਾਉਣਾ, ਤੇ ਬਾਈ ਨੂੰ ਉੱਥੇ ਵੀ ਨਹੀਂ ਮਿਲਿਆ ਗਿਆ। ਉਸ ਤੋਂ ਬਾਅਦ ਮਤਲਬ ਕਿ ਰੱਬ ਨੂੰ ਸ਼ਾਇਦ ਮਨਜ਼ੂਰ ਹੀ ਨਹੀਂ ਸੀਗਾ
ਉਹਨਾਂ ਦੀ ਇੱਕੋ ਇੱਕ ਯਾਦ ਮੈਂ ਤਾਂ ਕਹਿਣਾ ਹੁੰਦਾ ਕਿ ਬਾਈ ਯਾਰ ਤੂੰ ਇਹ ਕਹਿ ਕੇ ਚਲਾ ਗਿਆ ਕਿ ਪਰਮ ਜਦ ਮੈਂ ਬਠਿੰਡੇ ਆਇਆ ਤਾਂ ਮੈਂ ਕਿ ਜਦੋਂ ਉਹ ਕਹਿੰਦੇ ਆ ਕਿ ਠੀਕ ਠਾਕ ਹੂੰ ਬਾਈ, ਮਿਲਦਾ ਮੈਂ ਜਦੋਂ ਬਠਿੰਡੇ ਆਇਆ ਨਾ, ਮੈਨੂੰ ਪਤਾ ਨਹੀਂ ਮੈਂ ਮੈਸੇਜ ਕਰਨਾ ਭੁੱਲ ਗਿਆ ਤਾਂ ਭੁੱਲ ਜੂੰਗਾ, ਪਰ ਜੇ ਉੱਥੇ ਹੀ ਹੋਇਆ ਤਾਂ ਆਪਾਂ ਮਿਲਾਂਗੇ ਜ਼ਰੂਰ। ਤੁਸੀਂ ਆਪਦਾ ਰੱਖੋ ਧਿਆਨ, ਟੇਕ ਕੇਅਰ ਬ్రో। ਤੇ ਜਦੋਂ ਉਹਨਾਂ ਨੇ ਇਹ ਭੇਜਿਆ ਤੇ ਫਿਰ ਮੈਂ ਉਹਨੂੰ ਕਿਹਾ ਕਿ ਹੁਣ ਕਿਹੜੀ ਦੁਨੀਆ 'ਚ ਮਿਲੇਗਾ ਦੱਸ, ਹੁਣ ਕਿੱਥੇ ਮਿਲਾਂਗੇ ਆਪਾਂ। ਤੇ ਪਰ ਇਦਾਂ ਹੁੰਦਾ ਕਿ ਇਹ ਸੱਚ ਆ ਕਿ ਜਿਹਦੀ ਇੱਥੇ ਲੋੜ ਆ ਉਹਦੀ ਉੱਥੇ ਵੀ ਲੋੜ ਆ। ਬਿਲਕੁਲ, ਚੰਗਿਆਂ ਦੀ ਜਿਹੜੀ ਨੂੰ ਇੱਥੇ ਲੋੜ ਆ ਉਹਦੀ ਉੱਥੇ ਵੀ ਲੋੜ। ਪਤਾ ਨਹੀਂ ਬਾਈ, ਚਲੋ ਯਾਦਾਂ ਦੇ ਵਿੱਚ ਹਮੇਸ਼ਾ ਉਹਨੇ ਰਹਿਣਾ, ਸਾਰੀ ਜ਼ਿੰਦਗੀ ਹੀ ਮਤਲਬ ਕਿ ਉਹਨੇ ਯਾਦਾਂ ਦੇ ਵਿੱਚ ਵਸਿਆ ਰਹਿਣਾ। ਪਤਾ ਨਹੀਂ ਹੁਣ ਕਿਹੜੀ ਦੁਨੀਆ ਦੇ ਵਿੱਚ ਕਿੱਦਾਂ। ਮੈਂ ਅੱਜ ਤੱਕ ਇੰਨੀ ਮੁਹੱਬਤ, ਇੰਨਾ ਪਿਆਰ ਕਿਸੇ ਹੋਰ ਐਕਟਰ ਜਾਂ ਜਿੱਦਾਂ ਵੀ, ਚਲੋ ਮੈਂ ਸਰਤਾਜ ਸਾਹਿਬ ਦਾ ਵੀ ਬਹੁਤ ਵੱਡਾ ਫੈਨ ਹਾਂ, ਤੇ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਬਾਈ ਨਾਲ ਕੋਈ ਅਜ਼ਲਤੀ ਸਾਂਝ ਸੀ ਕੋਈ, ਹੈ ਨਾ, ਜਿਹੜਾ ਤੁਹਾਨੂੰ ਇੰਨਾ ਮਤਲਬ ਕਿ ਜਿਹਦਾ ਪਿਆਰ ਆਉਂਦਾ। ਤੇ ਬਾਕੀ ਬਾਈ ਨੂੰ ਹਮੇਸ਼ਾ ਤੱਕ ਹੀ ਦਿਲ ਦੇ ਵਿੱਚ ਰੱਖਿਆ ਜਾਵੇ। ਇੱਕ ਪਨਵੀਰ, ਜਦੋਂ ਇਹ ਵਰਤਾਰਾ ਵਾਪਰਦਾ ਹੈ, ਲੋਕਾਂ ਨੂੰ ਪਤਾ ਲੱਗਦਾ ਕਿ ਸੜਕ ਹਾਦਸੇ ਦੇ ਵਿੱਚ ਦੀਪ ਸਿੱਧੂ ਹੋਰੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਲੋਕ ਨਾਮ ਅੱਖਾਂ ਦੇ ਨਾਲ ਉਹਨਾਂ ਨੂੰ ਵਿਦਾਇਗੀ ਵੀ ਦੇ ਰਹੇ ਸੀ, ਤੇ ਇਹ ਜੋਸ਼ ਖਰੋਸ਼ ਦੇ ਨਾਲ ਉਹਨਾਂ ਦੇ ਨਾਮ ਦੇ ਜਕਾਰੇ ਵੀ ਲੱਗ ਰਹੇ ਸੀ, ਨਾਅਰੇ ਵੀ ਲੱਗ ਰਹੇ ਸੀ ਕਿ ਦੀਪ ਸਿੱਧੂ ਜ਼ਿੰਦਾਬਾਦ। ਕਿਹਾ ਜਾ ਰਿਹਾ ਸੀ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਬਹੁਤ ਵੱਡਾ ਇਕੱਠ ਪੰਜਾਬ ਨੂੰ ਗੂੰਜਣ ਲਾ ਦਿੱਤਾ ਉਹਨਾਂ ਨੇ। ਇਹ ਸਾਰੀ ਚੀਜ਼ ਨੂੰ ਕਿਵੇਂ ਵੇਖਦੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਬਦਲਾਅ ਦੀਪ ਸਿੱਧੂ ਦੇ ਪੈਰਾਂ ਦੇ ਪਿੱਛੇ ਜ਼ਰੂਰ ਹੋਣ ਵਾਲਾ ਹੈ ਜੀ, ਜਾਂ ਵਰਤਾਰਾ ਜਿਹੜਾ ਹੈ ਪਿਛਲਾ ਚੱਲਿਆ ਆਉਂਦਾ ਹੈ, ਜਿਹੜੀਆਂ ਰਾਜਸੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਬਹੁਤ ਤੌਰ ਤਰੀਕਿਆਂ ਦੇ ਨਾਲ ਪੰਜਾਬ ਦੀ ਗੱਲ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਦੀਪ ਸਿੱਧੂ ਅਜਿਹਾ ਮੀਲ ਪੱਥਰ ਹੋ ਨਿਬੜਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਰਤਾਰੇ ਚੇਂਜ ਹੋਣਗੇ। ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੀ ਗੱਲ ਕੀਤੀ ਜਾਵੇਗੀ, ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਕੀਤੀ ਜਾਣੀ ਹੈ। ਜੀ ਬਿਲਕੁਲ, ਕਿਉਂਕਿ ਉਹ ਤਾਂ ਪੂਰਨੇ ਪਾ ਕੇ ਚਲਾ ਗਿਆ। ਮਤਲਬ ਕਿ ਅੱਜ ਦਾ ਤੁਸੀਂ ਰਾਤ ਦਾ ਇਕੱਠ ਦੇਖੋ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਅਮਰਗੜ੍ਹ ਹਲਕੇ ਤੋਂ ਲੜ ਰਹੇ ਨੇ, ਕਿ ਉਹ ਆਪਣੇ ਚਲੇ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਜੋਸ਼ ਭਰ ਗਿਆ। ਤੁਸੀਂ ਦੇਖੋ ਕਿ 3-4 ਦਿਨ ਹੋ ਗਿਆ, ਤੁਸੀਂ ਜਦੋਂ ਵੀ ਫੇਸਬੁੱਕ ਦੇਖੋਗੇ ਤੁਹਾਡੇ ਸਾਹਮਣੇ ਦੀਪ ਸਿੱਧੂ ਨੇ ਆ ਜਾਣਾ। ਬਿਲਕੁਲ, ਤੇ ਇੰਨੀ ਲੋਕ ਇੰਨੀ ਮੁਹੱਬਤ ਕਰ ਰਹੇ ਉਹਨਾਂ ਨੂੰ। ਫੋਰਨ ਕੰਟਰੀ ਦੇ ਵਿੱਚ ਦੇਖੋ ਤੁਸੀਂ, ਪਾਕਿਸਤਾਨ ਨਨਕਾਣਾ ਸਾਹਿਬ ਦੇ ਵਿੱਚ ਵੀ ਉਹਨਾਂ ਦਾ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਇਆ। ਤੁਸੀਂ ਦੇਖੋ ਤੁਹਾਡੀ ਵੀ ਐਡੀ ਵੱਡੀ ਉਮਰ ਹੋ ਗਈ ਆ। ਸਾਡੇ ਪੰਜਾਬ ਦੇ ਵਿੱਚ ਜਦੋਂ ਕਿਸੇ ਦੀ ਡੈਥ ਹੁੰਦੀ ਆ ਜਾਂ ਇਦੋਂ ਵੀ ਪਹਿਲਾਂ ਬਹੁਤ ਐਕਟਰ ਚਲੇ ਗਏ ਆ ਪੰਜਾਬ ਦੇ, ਤੇ ਸਿੰਗਰ ਵੀ ਚਲੇ ਗਏ ਆ। ਕੀ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਕਿਸੇ ਲਈ ਅਖੰਡ ਪਾਠ ਆਰੰਭਿਆ ਗਿਆ? ਤੇ ਇਹ ਉਹਦੀ ਬਹੁਤ ਵੱਡੀ ਦੇਣ ਆ ਆਪਣੀ ਕੌਮ ਦੇ ਲਈ, ਉਹ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ। ਦੇਖੋ ਨਨਕਾਣਾ ਸਾਹਿਬ ਜਿਹਨੂੰ, ਜਿਹੜੇ ਮੁਲਕ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਸਾਡਾ ਬੈਰੀ ਆ, ਤੇ ਉਸੇ ਵਿੱਚ ਉਸ ਯੋਧੇ ਨੂੰ ਮਤਲਬ ਕਿ ਯਾਦ ਕੀਤਾ ਜਾ ਰਿਹਾ। ਤੇ ਜਿੱਥੇ ਜਿੱਥੇ ਪੰਜਾਬੀਅਤ ਨੂੰ, ਕੌਮ ਨੂੰ ਮੁਹੱਬਤ ਕਰਨ ਵਾਲੇ ਲੋਕ ਬੈਠੇ ਆ, ਆਪਣੇ ਘਰਾਂ ਦੇ ਵਿੱਚ ਵੀ, ਗੁਰਦੁਆਰਿਆਂ ਦੇ ਵਿੱਚ ਵੀ, ਮਤਲਬ ਕਿ ਮੈਂ ਤਾਂ ਹੈਰਾਨ ਮੰਨਦਾ ਵੀ ਆ ਕਿੱਦਾਂ, ਕਿਵੇਂ, ਇੱਦਾਂ ਕਿਉਂ, ਐਡੀ ਕਿੱਡੀ ਕੀ ਸ਼ਖਸੀਅਤ ਸੀ ਉਹ, ਹੈ ਨਾ, ਜਿਹਨੂੰ ਲੋਕ ਇੰਨੀ ਮੁਹੱਬਤ ਕਰਦੇ ਆ। ਪਰ ਮੇਰਾ ਖਿਆਲ ਆ ਕਿ ਉਹ ਕੋਈ ਕਿਸੇ ਹੋਰ ਜਹਾਨ ਦਾ ਵਸਿੰਦਾ ਸੀਗਾ, ਉਹ ਕੋਈ ਹੋਰ ਹੀ ਰੂਹ ਸੀਗੀ। ਕਿਉਂਕਿ ਹਮੇਸ਼ਾ ਤੱਕ ਮੈਨੂੰ ਤਾਂ ਹੁਣ ਕੁਛ ਔੜ ਨਹੀਂ ਰਿਹਾ ਕਿ ਮੈਂ ਉਹਦੀ ਤਾਰੀਫ ਦੇ ਲਈ ਜਾਂ ਜੋ ਉਹ ਕਰਕੇ ਗਿਆ ਉਹਦੇ ਲਈ ਕਿ ਕੀ ਲਫ਼ਜ਼ ਲਿਖਾਂ ਉਹਦੇ ਲਈ, ਬਾਈ ਲਈ। ਬਸ ਜਿੱਥੇ ਵੀ ਆ, ਤੇ ਉਹ ਆਪਣੀ ਕੌਮ ਦੇ ਲਈ ਹਮੇਸ਼ਾ ਸੁਪਨਿਆਂ ਦੇ ਵਿੱਚ ਕੁਛ ਨਾ ਕੁਛ ਕਰਦਾ ਰਹੂਗਾ। ਲੋਕਾਂ ਦੇ ਨਾਲ ਉੱਥੇ ਗੱਲ ਕੀਤੀ ਸੀ ਇਕੱਠ ਦੇ ਵਿੱਚ, ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਜਿਵੇਂ ਸ਼ਰਾਟਾ ਆਉਂਦਾ ਹੈ, ਇੱਕ ਠੰਡੀ ਹਵਾ ਦੇ ਕੇ ਚਲਿਆ ਜਾਂਦਾ ਹੈ, ਉਸ ਸ਼ਰਾਟੇ ਵਾਂਗ ਦੀਪ ਸਿੱਧੂ ਨੇ ਆਪਣਾ ਫਰਜ਼ ਨਿਭਾਇਆ ਹੈ ਜੀ। ਇਨਸਾਨ ਹੋਣ ਦੇ ਨਾਤੇ ਉਹਨਾਂ ਦੇ ਵੱਲੋਂ ਪੰਜਾਬ ਦੀ ਗੱਲ ਕੀਤੀ ਗਈ ਸੀ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਸੀ, ਤੇ ਹੁਣ ਜਿਵੇਂ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭੇ ਜਾਣੇ ਨੇ, ਉਹਨਾਂ ਦੀ ਅੰਤਿਮ ਅਰਦਾਸ ਜਿਹੜੀ ਹੋਣੀ ਹੈ, ਜਿੱਥੇ ਪੰਜਾਬ ਨੂੰ ਇਕਸਾਰ ਕਰਨ ਦੀ ਗੱਲ ਕੀਤੀ ਜਾਂਦੀ ਸੀ, ਦੂਸਰੇ ਦੇਸ਼ ਦੇ ਬਾਰਡਰਾਂ ਤੋਂ ਵੀ ਪਾਰ ਉਹਨਾਂ ਨੂੰ ਅੰਤਿਮ ਜਿਹੜੀ ਅਰਦਾਸ ਹੋਣੀ ਹੈ, ਉੱਥੇ ਨਾਮ ਉਹਨਾਂ ਦਾ ਬੋਲਿਆ ਜਾਣਾ ਹੈ। ਕੀ ਸਮਝਦੇ ਹੋ ਕਿ ਲੋਕ ਜਿਹੜੇ ਨੇ ਇਸ ਵਕਤ ਦੇ ਵਿੱਚ, ਜਦੋਂ ਉਹ ਇਸ ਦੁਨੀਆ ਦੇ ਉੱਤੇ ਸੀ, ਉਹਨਾਂ ਨੂੰ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਕਮੀ ਖਾਮੀ ਰਹਿ ਗਈ ਲੋਕਾਂ ਨੇ ਉਸ ਤਰੀਕੇ ਦੇ ਨਾਲ ਨਹੀਂ ਸਮਝਿਆ ਜਿਸ ਤਰੀਕੇ ਦੀ ਸ਼ਖਸੀਅਤ ਦੀਪ ਸਿੱਧੂ ਸੀਗੇ,
ਦੀਪ ਸਿੱਧੂ ਦੀ ਕਾਰਗੁਜ਼ਾਰੀ ਪੂਰੀ ਵੇਖ ਲਈਏ, ਪਰਚੇ ਹੋ ਜਾਂਦੇ ਨੇ, ਅੰਦਰ ਚਲੇ ਜਾਂਦੇ ਨੇ, ਰਿਹਾ ਹੁੰਦੇ ਨੇ, ਉਸ ਤੋਂ ਬਾਅਦ ਦੁਬਾਰਾ ਆ ਕੇ ਉਹਨਾਂ ਲੋਕਾਂ ਦੇ ਨਾਲ ਹੀ ਮੋਢਾ ਲਾ ਕੇ ਖੜ੍ਹਦੇ ਨੇ। ਤੁਹਾਨੂੰ ਲੱਗਦਾ ਕਿ ਇਹ ਜਿਹੜੀ ਚੀਜ਼ ਪੂਰੀ ਵਰਤਾਰੇ ਦੇ ਵਿੱਚ ਆਈ ਹੈ, ਵੱਡਾ ਘਾਟਾ ਜਿਹੜਾ ਪੰਜਾਬ ਨੂੰ ਅਜਿਹਾ ਪੈ ਗਿਆ ਕਿ ਮੈਨੂੰ ਨਹੀਂ ਲੱਗਦਾ ਕਿ 10 ਦਹਾਕਿਆਂ ਦੇ ਵਿੱਚ ਵੀ ਕੋਈ ਅਜਿਹਾ ਚਿਹਰਾ ਉੱਠ ਕੇ ਇੰਨਾ ਜੋਸ਼, ਇੰਨਾ ਖਰੋਸ਼ ਲੋਕਾਂ ਦੇ ਵਿੱਚ ਭਰ ਦੇਵੇਗਾ। ਬਿਲਕੁਲ ਬਿਲਕੁਲ ਬਈ, ਤੇ ਇਹ ਤਾਂ 100% ਹੀ ਗੱਲ ਆ ਕਿ ਚਲੋ ਕੌਮ ਦੇ ਲਈ ਯੋਧੇ ਉੱਠੇ ਆ, ਹੈ ਨਾ, ਇਸ ਪੰਜਾਬ ਦੇ ਲਈ, ਇਸ ਕੌਮ ਦੇ ਲਈ ਜਨਮ ਲਿਆ ਯੋਧਿਆਂ ਨੇ, ਤੇ ਇਸ ਤੋਂ ਬਾਅਦ ਵੀ ਲੈਂਦੇ ਰਹਿਣਗੇ। ਹੁਣ ਬਾਈ ਦੀਪ ਸਿੱਧੂ ਮਤਲਬ ਕਿ ਇੱਕ ਉਹ ਮਤਲਬ ਕਿ ਉਹ ਇਹੋ ਜਿਹਾ ਸੂਰਜ ਸੀਗਾ ਕਿ ਜਿਹੜਾ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਜਿਹਦੇ ਕਿਰਨਾਂ ਰੜਕਦੀਆਂ ਸੀਗੀਆਂ, ਹੈ ਨਾ, ਤੇ ਅੱਜ ਉਹ ਜਗਾ ਗਿਆ, ਸਾਨੂੰ ਸਾਰਿਆਂ ਨੂੰ ਜਗਾ ਗਿਆ। ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆ ਕਿ ਹਮ ਕੂਕਰ ਤੇਰੇ ਦਰਬਾਰ ਭੌਂਕ ਹੈ ਆਗੇ ਬਦਨ ਪਸਾਰ। ਅਸੀਂ ਤਾਂ ਕੁੱਤੇ ਆ, ਤੇ ਮੈਂ ਵੀ ਕਹਿਣਾ ਕਿ ਮੈਂ ਕੁੱਤਾ। ਜਦੋਂ ਕਬੀਰ ਸਾਹਿਬ ਕਹਿ ਸਕਦੇ ਇਹ ਗੱਲ, ਤੇ ਅਸੀਂ ਕਿਉਂ ਨਹੀਂ ਕਹਿ ਸਕਦੇ? ਅਸੀਂ ਕੁੱਤੇ ਆ, ਅਸੀਂ ਭੌਂਕਦੇ ਆ। ਕੀ ਪਤਾ ਸਾਡੇ ਭੌਂਕਣ ਨਾਲ ਕਿਸੇ ਦਾ ਫਾਇਦਾ ਹੋ ਜੇ। ਪਰ ਦੇਖੋ ਬਾਈ ਨੂੰ ਉਹਨਾਂ ਸੰਘਰਸ਼ ਦੇ ਵਿੱਚ ਤੇ ਬਾਈ ਨੂੰ ਗਦਾਰ ਵੀ ਕਿਹਾ ਗਿਆ। ਕਈ ਮੇਰੇ ਵਰਗੇ ਕਹਿੰਦੇ ਹੋਣੇ ਆ ਕੁੱਤਿਆਂ ਵਾਂਗੂ ਭੌਂਕੀ ਜਾਂਦਾ, ਕਈ ਬਹੁਤਿਆਂ ਨੇ ਕਿਹਾ ਹੋਣਾ ਇਹ ਗੱਲ ਬਾਈ ਨੂੰ ਕਿ ਕੁੱਤਿਆਂ ਵਾਂਗੂ ਭੌਂਕੀ ਜਾਂਦਾ, ਗਦਾਰ ਹੈ ਕੌਮ ਦਾ, RSS ਦੇ ਨਾਲ ਮਿਲਿਆ ਹੋਇਆ, ਜੋ ਵੀ ਹੈ। ਪਰ ਦੇਖੋ ਅੱਜ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਉਹਦੇ ਭੌਂਕਣਾ ਹੀ ਬਹੁਤੇ ਲੋਕਾਂ ਲਈ ਫਾਇਦਾ ਕਰ ਗਿਆ। ਤੇ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਕਿ ਯਾਰ ਜਿੰਨਾ ਹੋ ਸਕਦਾ ਤੁਸੀਂ ਭੌਂਕੋ, ਜਿੰਨਾ ਹੋ ਸਕਦਾ। ਤੁਹਾਨੂੰ ਲੋਕ ਜੋ ਮਰਜ਼ੀ ਕਹਿਣ, ਤੇ ਪਰ ਤੁਹਾਡਾ ਕੰਮ ਆ ਜਿਹੜਾ ਉਹ ਭੌਂਕਣਾ। ਕੀ ਪਤਾ ਤੁਹਾਡੇ ਭੌਂਕਣ ਨਾਲ ਕਿਸੇ ਦਾ ਫਾਇਦਾ ਹੀ ਹੋ ਜੇ। ਹੁਣ ਉਹ ਐਸਾ ਫਾਇਦਾ ਕਰ ਗਿਆ ਕਿ ਸਾਡੀ ਕੌਮ ਦੇ ਮੇਰੇ ਵਰਗੇ ਜਿਹੜੇ ਹਮ ਉਮਰ ਦੇ ਜਿਹੜੇ ਵੱਡੇ ਬਜ਼ੁਰਗ, ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਲੋਕ ਉਹਨਾਂ ਨੂੰ ਰੋ ਰਹੇ ਆ ਕਿ ਜਿਹੜੇ ਸ਼ਾਇਦ ਉਹਨਾਂ ਨੂੰ ਮਿਲੇ ਵੀ ਨਹੀਂ ਹੋਣੇ, ਬਜ਼ੁਰਗ ਜਿਨ੍ਹਾਂ ਨੇ ਉਹਨਾਂ ਨੂੰ ਕਦੇ ਦੇਖਿਆ ਵੀ ਨਹੀਂ ਹੋਣਾ। ਤੇ ਇਹ ਕਿਸੇ ਦੀਆਂ ਅੱਖਾਂ 'ਚੋਂ ਅਥਰੂ ਕਿਸੇ ਲਈ ਬਹੁਤ ਮਤਲਬ ਕਿ ਜਲਦੀ ਨਹੀਂ ਆਉਂਦੇ ਹੈਗੇ। ਜੇ ਕੋਈ ਦਰਦ ਰੱਖਦਾ ਅੰਦਰ, ਜੇ ਉਹਨੂੰ ਉਹਦੇ ਬਾਰੇ ਕੁਛ ਪਤਾ, ਤੇ ਦੇਖੋ ਸਿਵਿਆਂ ਦੇ ਵਿੱਚ ਉਹਦੀ ਰਾਖ ਨੂੰ ਲਿਜਾਈ ਜਾਂਦੇ ਆ ਲੋਕ, ਤੇ ਉੱਥੇ ਪਹਿਰੇ ਦਿੱਤੇ ਜਾ ਰਹੇ ਸੀਗੇ, ਤੇ ਪਾਠ ਕਰਦੇ ਆ। ਅਨੇਕਾਂ ਖੰਡ ਪਾਠ ਸਾਰੇ ਦੇਸ਼ਾਂ ਦੇ ਵਿੱਚ ਕਰਵਾਏ ਜਾ ਰਹੇ। ਮਹਾਨ ਸ਼ਖਸੀਅਤ ਸੀ, ਮਤਲਬ ਫੇਰ ਹੀ ਸਾਰਾ ਕੁਝ ਹੋ ਰਿਹਾ ਹੈ। ਪਰਮ ਇਹ ਚੀਜ਼ ਜਿਹੜੀ ਹੋ ਨਿਬੜੀ ਹੈ, ਇਹਦਾ ਕੁਝ ਨਹੀਂ ਕਰ ਸਕਦਾ ਪੰਜਾਬ, ਨਾ ਹੀ ਕੋਈ ਅਜਿਹੀ ਸ਼ਖਸੀਅਤ ਕੁਝ ਕਰ ਸਕਦੀ ਹੈ। ਸੋਚ ਉਹ ਜ਼ਰੂਰ ਦੇ ਗਏ ਨੇ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੀ ਚੀਜ਼ ਕਹੀ ਗਈ ਸੀ ਉਹਦੇ ਉੱਤੇ ਪਹਿਰਾ ਦੇਣ ਦੀ ਗੱਲ ਵੀ। ਤੁਸੀਂ ਆਪਣੇ ਤੌਰ ਦੇ ਉੱਤੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਹਮ ਉਮਰ ਜਾਂ ਵੱਡੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਲਈ ਸ਼ਰਧਾਂਜਲੀ ਭੇਂਟ ਕੀਤੀ ਗਈ? ਲੋਕ ਵੱਡੀ ਮਾਤਰਾ ਦੇ ਵਿੱਚ ਉੱਥੇ, ਜਿਵੇਂ ਤੁਸੀਂ ਦੱਸਿਆ ਹੀ ਹੈ, ਇੱਕ ਪਾਠ ਕਰ ਰਹੇ ਸੀ ਜਦੋਂ ਉਹਨਾਂ ਦਾ ਸਿਵਾ ਬਲ ਰਿਹਾ ਸੀ, ਤੇ ਨਾਲ ਬੈਠੇ ਲੋਕ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ। ਤੇ ਇਹ ਵੱਡੀ ਗੱਲ ਇਹ ਵੀ ਹੈ ਕਿ ਜਦੋਂ ਆਪਣੇ ਘਰਾਂ ਦੇ ਵਿੱਚੋਂ ਕੋਈ ਰੁਖਸਤ ਹੁੰਦਾ ਹੈ ਤਾਂ ਇੱਕ ਦੋ ਲੋਕ ਜ਼ਰੂਰ ਉੱਥੇ ਰਹਿ ਜਾਂਦੇ ਨੇ ਵੇਖਣ ਦੇ ਲਈ, ਤੇ ਵੱਡੀ ਤਾਦਾਦ ਦੇ ਵਿੱਚ ਉੱਥੇ ਲੋਕਾਂ ਦਾ ਰੁਕਣਾ, ਜਦੋਂ ਫੁੱਲ ਚੁਗੇ ਜਾਂਦੇ ਸੀ ਉਦੋਂ ਵੀ ਲੋਕ ਉੱਥੇ ਮੌਜੂਦ ਸੀ। ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਕਿ ਅਜਿਹੀ ਸ਼ਖਸੀਅਤ ਜਿਹੜੀ ਅਸੀਂ ਸ਼ਾਇਦ ਜਿਉਂਦੇ ਜੀ ਨਹੀਂ ਸਾਂਭ ਸਕੇ, ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹਨਾਂ ਦੀ ਸੋਚ ਦੇ ਉੱਤੇ ਚੱਲਣ ਦਾ ਸਾਨੂੰ ਕੀ ਫਾਇਦਾ ਮਿਲ ਸਕਦਾ ਹੈ? ਕਿਉਂਕਿ ਫਾਇਦੇ ਜਿਹੜੇ ਜਿਉਂਦੇ ਜੀ ਉਹਨਾਂ ਤੋਂ ਲੈਣੇ ਚਾਹੀਦੇ ਸੀ ਉਹ ਸ਼ਾਇਦ ਅਸੀਂ ਨਹੀਂ ਲੈ ਸਕੇ। ਉਹਨਾਂ ਦੀ ਸੋਚ ਨੂੰ ਲੈ ਕੇ ਅੱਗੇ ਅਸੀਂ ਕਿਵੇਂ ਵੇਖ ਲਈਏ, ਕਿਵੇਂ ਲੋਕ ਇਸ ਚੀਜ਼ ਨੂੰ ਮੰਨਣ, ਕਿਉਂਕਿ ਬਹੁਤ ਸਾਰੇ ਵਰਤਾਰੇ ਹੋਰ ਵੀ ਵਾਪਰ ਰਹੇ ਨੇ ਜੀ। ਕੀ ਸਮਝਾਉਣਾ ਚਾਹੋਗੇ? ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਕਹਿੰਦੇ ਆ ਕਿ 70 ਸਾਲ ਹੋ ਗਿਆ ਤੁਹਾਨੂੰ ਹਕੂਮਤਾਂ ਨੂੰ ਵੋਟਾਂ ਪਾਉਂਦੇ ਆ, ਤੁਸੀਂ ਵੀ ਵੋਟਾਂ ਪਾਈਆਂ, ਤੁਹਾਡੇ ਬਜ਼ੁਰਗਾਂ ਨੇ ਪਾਈਆਂ, ਤੁਹਾਡੇ ਪੁੱਤਾਂ ਨੇ ਪਾਈਆਂ, ਤੁਹਾਡੇ ਪੋਤਿਆਂ ਨੇ ਪਾਈਆਂ। ਤੁਹਾਨੂੰ ਤੁਸੀਂ ਸੱਚ ਦੱਸਿਓ ਆਪਣੇ ਦਿਲਾਂ ਤੇ ਹੱਥ ਰੱਖ ਕੇ ਕਿ ਉਹਨਾਂ ਹਕੂਮਤਾਂ ਨੇ ਤੁਹਾਨੂੰ ਕੀ ਦਿੱਤਾ? ਬਦਲੇ ਦੇ ਵਿੱਚ ਉਹਨਾਂ ਨੇ ਤੁਹਾਨੂੰ ਕੋਈ ਕੀ ਚੰਗੀ ਚੀਜ਼ ਦਿੱਤੀ? ਉਹਨਾਂ ਨੇ ਤੁਹਾਨੂੰ ਨਸ਼ੇ ਦਿੱਤੇ, ਤੁਹਾਡੀ ਕੌਮ ਦੇ ਵਾਰਸਾਂ ਨੂੰ ਝੂਠੇ ਮੁਕੱਦਮੇ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ, ਤੁਹਾਡੀਆਂ ਧੀਆਂ ਦੀਆਂ ਪੱਤਾਂ ਨੂੰ ਲੁੱਟਿਆ ਗਿਆ, ਤੁਹਾਡੀਆਂ ਧੀਆਂ ਦੀਆਂ ਚੁੰਨੀਆਂ ਨੂੰ ਉਤਾਰਿਆ ਗਿਆ। ਹੁਣ ਥੋੜ੍ਹੇ ਦਿਨ ਪਹਿਲਾਂ ਦਿੱਲੀ ਦੇ ਵਿੱਚ
ਜਿਹੜਾ ਸਿੱਖਾਂ ਦੀ ਕੁੜੀ ਦੇ ਨਾਲ ਬਲਾਤਕਾਰ ਹੋਇਆ, ਦੇਖੋ ਕਿੰਨਾ ਉਹਦੇ ਨਾਲ ਮਾੜਾ ਵਰਤਾਅ ਕੀਤਾ। ਤੇ ਦੇਖੋ ਇਸ ਪੂਰੇ ਪੰਜਾਬ ਦੇ ਵਿੱਚੋਂ, ਇਸ ਪੂਰੀ ਦੁਨੀਆ ਦੇ ਵਿੱਚੋਂ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਉਹਦੀ ਮਦਦ ਕਰਨੀ, ਉਹਨੂੰ ਹੌਸਲਾ ਦੇਣਾ ਕਿ ਹੋਰ ਨਹੀਂ ਕੋਈ ਵੱਸਦੇ ਇੱਥੇ। ਸਰਦਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਕੱਲਾ ਹੀ ਸ਼ੇਰ ਸੀਗਾ। ਦੇਖੋ ਉਹ ਗਿਆ ਤੇ ਉਹਨੇ ਉਹਨਾਂ ਦੀ ਘਰ ਦੀ ਕੰਧ ਤੇ ਲਿਖ ਕੇ ਆਇਆ ਕਿ ਸਿੱਖ ਕੌਮ ਹਜੇ ਜਿਉਂਦੀ ਆ, ਬਦਲਾ ਲਊਗੀ। ਸੋ ਮੇਰੀ ਤਾਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਨ੍ਹਾਂ ਹੁਕੂਮਤਾਂ ਨੂੰ ਤੁਸੀਂ ਵੋਟਾਂ ਪਾਈਆਂ, ਉਹਨਾਂ ਨੇ ਤੁਹਾਨੂੰ ਜੇ ਕੁਝ ਚੰਗਾ ਦਿੱਤਾ ਫਿਰ ਤੁਸੀਂ ਉਹਨਾਂ ਨੂੰ ਵੋਟਾਂ ਪਾਓ, ਕੋਈ ਦਿੱਕਤ ਨਹੀਂ ਆ। ਪਰ ਜੇ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਸਿਵਾ ਹੋਰ ਕੁਝ ਦਿੱਤਾ ਹੀ ਨਹੀਂ, ਫਿਰ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪਾ ਰਹੇ ਕਿ ਜਿਹੜੇ ਆਪਣੀ ਕੌਮ ਦੇ ਲਈ, ਜਿਨ੍ਹਾਂ ਨੇ 4 ਦਹਾਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਕੌਮ ਦੇ ਲਈ ਆਪਣਾ ਆਪਾ ਵਾਰ ਕੇ, ਮਤਲਬ ਕਿ ਆਪਣਾ ਸਾਰਾ ਕੁਝ ਦਾਅ ਤੇ ਲਾਤਾ, ਹੈ ਨਾ। ਉਹਨਾਂ ਨੇ ਇੱਕੋ ਚੀਜ਼ ਤੇ ਖੜੇ ਆ ਅੱਜ, ਉਹ ਵਿਕੇ ਨਹੀਂ ਆ, ਬੇਦਾਗ ਨੇ, ਸੱਚੀ ਰੂਹ ਨੇ। ਤੇ ਕਿਉਂ ਨਾ ਤੁਸੀਂ ਉਹਨਾਂ ਤੇ ਬਾਈ ਦੀਪ ਵੀ ਇਹੀ ਕਹਿ ਕੇ ਗਿਆ, ਮਤਲਬ ਕਿ ਵੀ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਓ। ਤੇ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਬਾਈ ਨੂੰ ਜੇ ਤੁਸੀਂ ਮੁਹੱਬਤ ਕਰਦੇ ਆ, ਜੇ ਤੁਸੀਂ ਮੋਹ ਕਰਦੇ ਆ, ਪਿਆਰ ਕਰਦੇ ਆ, ਉਹਨੂੰ ਸੱਚਾ ਕੌਮ ਦਾ ਵਾਰਸ ਮੰਨਦੇ ਆ, ਤਾਂ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਮਰਗੜ੍ਹ ਤੋਂ ਉਹਨਾਂ ਨੂੰ ਜ਼ਰੂਰ ਜਿਤਾਉਣਾ ਚਾਹੀਦਾ। ਤੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਤਰਨਤਾਰਨ ਸਾਹਿਬ ਤੋਂ ਜ਼ਰੂਰ ਜਿਤਾਉਣਾ ਚਾਹੀਦਾ। ਇਹ 2 ਸ਼ੇਰ ਹੀ ਕਾਫੀ ਆ, ਮੈਨੂੰ ਇੱਦਾਂ ਲੱਗਦਾ ਕਿ ਇਹ 2 ਹੀ ਕਾਫੀ ਆ। ਮੈਂ ਹੋਰਾਂ ਹਲਕਿਆਂ ਦੇ ਵਿੱਚ ਨਹੀਂ ਕਹਿੰਦਾ ਕਿ ਤੁਸੀਂ, ਮੈਨੂੰ ਨਹੀਂ ਪਤਾ ਕਿ ਕਿਹਨਾਂ ਨੂੰ ਵੋਟ ਪਾਉਣੀ, ਕਿਹਨਾਂ ਨੂੰ ਨਾ, ਪਰ ਅਮਰਗੜ੍ਹ ਵਾਲਿਓ ਤੇ ਮੇਰੀ ਬੇਨਤੀ ਆ, ਤਰਨਤਾਰਨ ਸਾਹਿਬ ਵਾਲਿਆਂ ਨੂੰ ਵੀ, ਕੌਮ ਦੇ ਜਿੰਨੇ ਵੀ ਸਰਦਾਰ ਦੀਪ ਸਿੰਘ ਸਿੱਧੂ ਤੋਂ ਮਤਲਬ ਕਿ ਪ੍ਰਭਾਵਿਤ ਹੋਇਆ, ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ, ਉਹ ਸਾਰੇ ਨੌਜਵਾਨ ਅਮਰਗੜ੍ਹ ਤੋਂ ਸਿਮਰਜੀਤ ਮਾਨ ਨੂੰ ਜ਼ਰੂਰ ਵੋਟ ਪਾਉਣ। ਤੇ ਬਾਕੀ ਤਰਨਤਾਰਨ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਤੇ ਬਾਈ ਦੀਪ ਦੀਆਂ ਯਾਦਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਿਓ। ਉਹਨਾਂ ਦੇ ਕਹੀਆਂ ਹੋਈਆਂ ਗੱਲਾਂ ਤੇ ਤੁਸੀਂ ਜ਼ਰੂਰ ਪਹਿਰਾ ਦੇਣਾ। ਜੇ ਕਿਸੇ ਧੀ ਦੀ ਇੱਜ਼ਤ ਲੁੱਟੀ ਜਾਂਦੀ ਹੈ, ਕਿਸੇ ਮਜ਼ਲੂਮ ਤੇ ਤਸ਼ੱਦਦ ਕੀਤਾ ਜਾਂਦਾ, ਮਤਲਬ ਕਿ ਤੁਹਾਨੂੰ ਲੱਗਦਾ ਕਿ ਇਹ ਨਹੀਂ ਹੋਣਾ ਚਾਹੀਦਾ, ਤਾਂ ਤੁਸੀਂ ਉੱਥੇ ਉਹਦਾ ਮੁਕਾਬਲਾ ਜ਼ਰੂਰ ਕਰੋ, ਭਾਵੇਂ ਤੁਹਾਨੂੰ ਸ਼ਹੀਦ ਕਿਉਂ ਨਾ ਹੋਣਾ ਪਵੇ। ਸੋ ਮੈਂ ਅਖੀਰ ਦੇ ਵਿੱਚ ਬਾਈ ਨੂੰ ਫਿਰ ਯਾਦ ਕਰਦੇ ਹਾਂ ਕਿ ਬਸ ਉਹਦੇ ਨਾਲ ਹਮੇਸ਼ਾ ਹੀ ਪਿਆਰ ਸੀਗਾ, ਰਹੂਗਾ ਹਮੇਸ਼ਾ ਤੱਕ, ਉਹਦੀਆਂ ਯਾਦਾਂ ਸਾਡੇ ਨਾਲ ਜੁੜੀਆਂ ਰਹਿਣਗੀਆਂ। ਤੇ ਮਾਫੀ ਚਾਹੁੰਦਾ ਜੇ ਕੋਈ ਵੀ ਲਫ਼ਜ਼ ਤੁਹਾਨੂੰ ਗਲਤ ਕਿਹਾ ਗਿਆ ਹੋਵੇ। ਬਾਕੀ ਤੁਸੀਂ ਫਿਰ ਉਹੀ ਗੱਲ ਕਰਦਾ ਮੈਂ, ਜੇ ਤੁਹਾਨੂੰ ਮੈਨੂੰ ਗਾਲਾਂ ਦੇ ਕੇ ਜਾਂ ਜਿਵੇਂ ਵੀ ਤੁਹਾਨੂੰ ਖੁਸ਼ੀ ਮਿਲਦੀ ਹੈ, ਤੁਸੀਂ ਉੱਦਾਂ ਕਹਿ ਕੇ ਆਪਣੀ ਖੁਸ਼ੀ ਬਰਕਰਾਰ ਰੱਖ ਸਕਦੇ ਹੋ। ਤੇ ਮੈਂ ਮਾਫੀ ਚਾਹੁੰਦਾ ਅਖੀਰ ਦੇ ਵਿੱਚ, ਜੇ ਕਿਸੇ ਨੂੰ ਕੁਛ ਗਲਤ ਲੱਗੇ, ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਮਾਣਾ ਜੀ ਸੀ, ਇਹਨਾਂ ਦੇ ਨਾਲ ਗੱਲਬਾਤ ਕੀਤੀ। ਦੀਪ ਸਿੱਧੂ ਬਾਈ ਹੋਰੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਤੇ ਲੋਕਾਂ ਦੀਆਂ ਅੱਖਾਂ ਨਮ ਹੁੰਦੀਆਂ ਨੇ, ਜਿਨ੍ਹਾਂ ਦੇ ਵੱਲੋਂ ਪਹਿਲਾਂ ਹੋਰ ਤਰੀਕੇ ਦੇ ਨਾਲ ਸੰਬੋਧਨ ਕੀਤਾ ਗਿਆ ਸੀ, ਬਹੁਤ ਸਾਰੇ ਅਪਸ਼ਬਦ ਬੋਲੇ ਗਏ ਸੀ ਦੀਪ ਸਿੱਧੂ ਬਾਈ ਹੋਣਾ ਨੂੰ, ਹੁਣ ਉਹਨਾਂ ਅੱਖਾਂ ਦੇ ਵਿੱਚ ਵੀ ਨਮੀ ਹੈ। ਇਹ ਕਿਹਨਾਂ ਕਾਰਨਾਂ ਕਰਕੇ ਹੈ ਕਿ ਇਸ ਚੀਜ਼ ਨੇ ਪ੍ਰਭਾਵਿਤ ਕੀਤਾ, ਜਾਂ ਉਹਨਾਂ ਦੇ ਅਖੀਰ ਸਮੇਂ ਦੇ ਵਿੱਚ ਅੰਤਿਮ ਵਿਦਾਇਗੀ ਸਮੇਂ ਐਡਾ ਵੱਡਾ ਲੋਕਾਂ ਦਾ ਭਾਰੀ ਇਕੱਠ ਜਿਹੜਾ ਹੈ, ਉਹ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਮਜਬੂਰ ਕਰਕੇ ਉੱਥੇ ਲੈ ਆਇਆ। ਇਹ ਸਾਰੀਆਂ ਚੀਜ਼ਾਂ ਵਰਤਾਰੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਈਆਂ ਨੇ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਭਲੀ ਭਾਂਤੀ ਜਾਣਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਲੋੜ ਹੈ ਕਿ ਦੀਪ ਸਿੱਧੂ ਬਾਈ ਦੀ ਸੋਚ ਨੂੰ ਬਰਕਰਾਰ ਰੱਖਿਆ ਜਾਵੇ। ਜਿਵੇਂ ਪਰਮ ਜੀ ਹੁਣਾਂ ਨੇ ਦੱਸਿਆ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਹੋ ਨਿਬੜਦੀਆਂ ਨੇ, ਹੋ ਨਿਬੜਨ ਤੋਂ ਬਾਅਦ ਇਹਨਾਂ ਦੀ ਅਸਲੀਅਤ ਦਾ ਪਤਾ ਲੱਗਦਾ ਹੈ, ਇਹਨਾਂ ਦੇ ਸੁਚੱਜੇਪਨ ਦਾ ਪਤਾ ਲੱਗਦਾ ਹੈ। ਉਮੀਦ ਕਰਦੇ ਹਾਂ ਕੀਤੀਆਂ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਲਈ ਲਾਹੇਵੰਦ ਹੋਈਆਂ ਹੋਣਗੀਆਂ। ਤੁਹਾਡੇ ਸਾਰਿਆਂ ਤੱਕ ਜਿਹੜੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਪਹੁੰਚੀ ਹੋਵੇਗੀ। ਤੁਸੀਂ ਕੀ ਸੋਚਦੇ ਵਿਚਾਰਦੇ ਹੋ, ਕੀ ਪ੍ਰਤੀਕਰਮ ਹੈ ਤੁਹਾਡਾ, ਕਮੈਂਟ ਬਾਕਸ ਦੇ ਵਿੱਚ ਆਪਣੇ ਪ੍ਰਤੀਕਰਮ ਜ਼ਰੂਰ ਦੇਣਾ। ਫਿਲਹਾਲ ਦੇ ਲਈ ਮੈਂ ਸੁਖਬੀਰ ਸਿੰਘ ਸ਼ੇਰਗਿੱਲ ਧੰਨਵਾਦ ਕਰਦਾ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ।